ਵਾਹਿਗੁਰੂ 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 ਵਾਹਿਗੁਰੂ। ਸੂਹੀ ਮਹੱਲਾ ਪਹਿਲਾ। ਘਰ ਛੇਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ। ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ। ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆ ਨਾਲ ਚਲਾਨਾ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਾਨਾ। ਰਹਾਉ ਕੋਠੇ ਮੰਡਪ ਮਾੜੀਆ ਪਾਸੋ ਚਿਤਵੀਆ। ਢਠੀਆ ਕੰਮ ਨਾ ਆਵਨੀ ਵਿੱਚੋਂ ਸਖਣੀਆ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟਹਿ ਜਿਤ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟਹਿ ਜਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜਾਹਰਾ ਜਹੂਰ ਹਾਜ਼ਰਾ ਹਜੂਰ
ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਨੱਗੀ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੇ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਪਾਈ ਗੁਰਦੇਵ ਜੀ ਦੇ ਪਾਵਨ ਹਜ਼ੂਰ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦਾ ਆਨੰਦ ਮਾਣ ਰਹੇ ਹੋ। ਖਾਲਸਾ ਜੀਓ, ਇਹ ਜੋ ਪਾਵਨ ਦਿਹਾੜੇ ਜਿਨ੍ਹਾਂ ਦੇ ਵਿੱਚ ਆਪ ਗੁਰੂ ਦਰਬਾਰ ਦੀ ਸੰਗਤ ਕਰ ਰਹੇ ਹੋ, ਆਪ ਭਲੀ ਭਾਂਤ ਜਾਣੂ ਹੋ ਕਿ ਇਹ ਖਾਲਸਾ ਪੰਥ ਦੇ ਨਵੇਕਲੜੇ ਇਤਿਹਾਸ ਦੀ ਅਗਵਾਈ ਭਰਨ ਵਾਲੇ ਇਹ ਦਿਹਾੜੇ ਹਨ, ਜਿਨ੍ਹਾਂ ਦਿਨਾਂ ਵਿੱਚ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਲਗਤੇ ਜਿਗਰਾਂ ਸਾਹਿਬਜ਼ਾਦਿਆਂ ਦੀ ਦਾਤ, ਉਹਨਾਂ ਦੀ ਪਾਵਨ ਸ਼ਹਾਦਤ ਆਪ ਦਵਾ ਕਰਕੇ ਇਸ ਪਾਵਨ ਖਾਲਸਾ ਪੰਥ ਨੂੰ ਬਚਾਉਣਾ ਕੀਤਾ ਹੈ। ਬਚਨ ਕੀਤੇ ਸਨ ਇਹਨਾਂ ਦਿਹਾੜਿਆਂ ਤੋਂ ਬਾਅਦ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤ ਚਾਰ, ਚਾਰ ਮੁਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਜੇ ਚਾਰ ਸ਼ਹੀਦ ਵੀ ਹੋ ਗਏ ਨੇ ਤੇ ਲੱਖਾਂ ਦਾ ਖਾਲਸਾ, ਕਈ ਹਜ਼ਾਰਾਂ 'ਚ ਖਾਲਸਾ ਜਿਹੜਾ ਹੈ ਇਹ ਸਾਡਾ ਧਰਤੀ ਤੇ ਹੈ। ਉਹ ਬਖਸ਼ਿਸ਼ ਕਰਨ ਹਿਤ ਕਿਰਪਾਲੂ ਸਤਿਗੁਰੂ ਸਾਹਿਬ ਆਪ ਜੀ ਨੇ ਕੱਲ੍ਹ ਦੇ ਦਿਹਾੜੇ ਇਤਿਹਾਸ ਸਰਵਣ ਕੀਤਾ ਸੀ। ਜਿਸ ਤਰੀਕੇ ਨਾਲ ਮੇਰੇ ਗੁਰਦੇਵ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਆਣ ਕਰਕੇ ਸੁਭਾਏਮਾਨ ਹੋਏ ਹਨ। ਜਦੋਂ ਪਤਾ ਲੱਗਾ ਕਿ ਖਵਾਜਾ ਮਰਦੂਦ 10 ਲੱਖ ਫੌਜ ਹੋਰ ਲੈ ਕਰਕੇ ਅਰੰਗੇ ਦੇ ਪਾਸੋਂ ਪਹੁੰਚਿਆ ਹੈ, ਚਿੱਤ ਵਿੱਚ ਆਇਆ ਕਿ ਇਹਨੂੰ ਹੱਥ ਵਿਖਾਉਣੇ ਚਾਹੀਦੇ ਹਨ। ਇਹ ਕੀ ਸੋਚੇਗਾ ਕਿ ਸਾਡਾ ਖਾਲਸੇ ਨਾਲ ਟਾਕਰਾ ਹੀ ਨਹੀਂ ਹੋਇਆ। ਸੋ ਉਸ ਸਮੇਂ ਚਮਕੌਰ ਗੜੀ ਵਿੱਚ ਆਸਣ ਕੀਤਾ ਗੁਰੂ ਕੇ ਪਿਆਰੇ ਲਾਲ ਭਾਈ ਆਲਮ ਸਿੰਘ ਜੀ, ਫਿਰ ਇਸ ਤਰੀਕੇ ਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਸਾਹਿਬ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ ਆਦਿਕ, ਸਹਿਬ ਬਾਬਾ ਅਜੀਤ ਸਿੰਘ ਜੀ, ਸਹਿਬ ਬਾਬਾ ਜੁਝਾਰ ਸਿੰਘ ਜੀ, ਗੁਰੂ ਕੇ ਪਾਵਨ ਸਾਹਿਬਜ਼ਾਦੇ। ਸੋ ਇਹਨਾਂ ਪਿਆਰੇ ਗੁਰਸਿੱਖਾਂ ਦੇ ਸਮੇਤ ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਫਿਰ ਇਸੇ ਤਰੀਕੇ ਦੇ ਨਾਲ ਭਾਈ ਮਾਨ ਸਿੰਘ ਜੀ ਆਦਿਕ। ਸੋ ਗੁਰੂ ਕੇ ਪਿਆਰੇ ਭਾਈ ਕੋਠਾ ਸਿੰਘ ਜੀ ਜਿਹੜੇ ਗੁਰੂ ਘਰ ਦੇ ਨਗਾਰਚ ਹੀ ਹਨ। ਤਿੰਨਾਂ ਗੁਰਮੁਖਾਂ ਦੇ ਨਾਲ ਭਾਈ ਇਹ ਜਿਹੜੀ ਕੁੱਲ ਗਿਣਤੀ ਸਤਿਗੁਰੂ ਸਾਹਿਬ ਜੀ ਦੇ ਨਾਲ 44-45 ਸਿੰਘਾਂ ਦੀ ਦੱਸੀ ਜਾਂਦੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਇਹ ਚਮਕੌਰ ਦੀ ਗੜੀ ਵਿੱਚ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਸੋ ਪਹਿਲਾ ਜਥਾ ਭਾਈ ਆਲਮ ਸਿੰਘ ਜੀ ਸੋ ਲੈ ਕਰਕੇ ਮੈਦਾਨੇ ਜੰਗ ਵਿੱਚ ਨਿਤਰੇ। ਸੋ ਕਈ ਪਹਿਰਾਂ ਤੱਕ ਜੰਗ ਕਰਕੇ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਹੈ। ਸੋ ਖਾਲਸਾ ਜੀਓ, ਪਾਵਨ ਗੁਰਬਾਣੀ ਦਾ ਫਰਮਾਨ ਹੈ, ਮੋਹਿ ਮਰਨੇ ਕਾ ਚਾਉ ਹੈ, ਮਰੋ ਤਾ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਹਰ। ਸੋ ਮਰਨਾ ਹੀ ਉਹ ਸਫਲ ਹੈ ਜਿਹੜਾ ਆਪਣੇ ਮੁਰਸ਼ਦ, ਆਪਣੇ ਪੀਰ ਦੀ ਨਿਗਾਹ ਦੇ ਅੰਦਰ ਜਿਹੜਾ ਪੁਰਾਣੀ ਚੜ੍ਹਾਈ ਕਰੇ, ਉਹਦਾ ਮਰਨਾ ਸਫਲ ਹੋਇਆ ਮੰਨਿਆ ਜਾਂਦਾ ਹੈ। ਪਰ ਧੰਨ ਗੁਰੂ ਕੇ ਖਾਲਸੇ ਜਿਨ੍ਹਾਂ ਨੇ ਧਰਮ ਹਿਤ ਚਾਅ ਵਾਸਤੇ ਆਪ ਜੂਝ ਕਰਕੇ ਸ਼ਹੀਦੀਆਂ ਪਾਈਆਂ ਹਨ। ਇਸੇ ਹੀ ਚਮਕੌਰ ਗੜੀ ਦੇ ਅੰਦਰ ਸਾਹਿਬ ਬਾਬਾ ਅਜੀਤ ਸਿੰਘ ਜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੋਏ, ਬੇਨਤੀ ਕੀਤੀ, ਮਹਾਰਾਜ ਹੁਣ ਸਾਡੇ ਤੇ ਵੀ ਬਖਸ਼ਿਸ਼ ਕਰੋ। ਮਹਾਂਪੁਰਖਾਂ ਨੇ ਦੱਸਿਆ ਹੈ ਕਿ ਬਾਬਾ ਅਜੀਤ ਸਿੰਘ ਜੀ ਨੇ ਆਣ ਕਰਕੇ ਜਦੋਂ ਸਾਹਿਬ ਬਾਬਾ ਅਜੀਤ ਸਿੰਘ ਜੀ ਆਏ ਹਨ, ਉਦੋਂ ਪਿਆਰੇ ਮੋਹਕਮ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੈ, ਪਿਆਰੇ ਹਿੰਮਤ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੈ, ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਚੁੱਕੇ ਹਨ ਮੈਦਾਨੇ ਜੰਗ ਵਿੱਚ ਜਾ ਕਰਕੇ, ਭਾਈ ਆਲਮ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਉਸ ਸਮੇਂ ਬੇਨਤੀ ਕੀਤੀ ਹੈ, ਗੁਰਦੇਵ ਆਪ ਕਿਰਪਾ ਕਰੋ। ਆਪ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ,
ਫਿਰ ਇਸੇ ਤਰੀਕੇ ਦੇ ਨਾਲ ਆਪ ਕਿਰਪਾ ਕਰਦੇ ਹੋ ਕਿਰਪਾਲੂ ਜੀ ਕਿ मोह मरने का चाओ है मरो ता हर के द्वार। आप बख्शिश करो रहमत करो सूरा सो पहचानिए जो लरै दीन के हेत पुरजा पुरजा कट मरै कबहू ना छाड़ खेत। आप दयालता करो साडा भी मैदाने जंग दे अंदर इस रण तत्ते अंदर जा करके शहादत दा जाम पीन नूं चित करदा है। आग्या पा करके कृपालू सतगुरु साहिब जी दी जिन्हां बाबत अल्लाह जार खां जोगी जी ने भी दसिया है। सो साहिबजादियां दी अवस्था दसदे हन अल्लाह जार खां जोगी भी जिन्ना चिर इजाजत नहीं मिली वो दसदे हन कि दूर से दरिया के किनारे नजर आए सो डूबे हुए सरसा में प्यारे नजर आए जे देख कर बिगड़े हुए सारे नजर आए बिफरे हुए सतगुर के दलारे नजर आए। कहते थे इजाजत नहीं हमें रन की मिट्टी तक उड़ा सकते हैं दुश्मन के चमन की। ऐसे बचन सो साहिबजादे आप अपनी रसना तो कहे हन। साहब बाबा जुझार सिंह जी साहिबजादा बाबा अजीत सिंह जी ने कि जे कलगीधर पिता सतगुरु साहिब सानू मैदाने जंग विच जाण दी इजाजत देण ते असीं इन्हां दे चमन दी मिट्टी तक उड़ा के रख देवांगे। याद करनगे साहिब श्री गुरु गोबिंद सिंह महाराज जी दे पुत्रां नाल इह प्यारे खालसे नाल इन्हां दी जंग होई है। भावें टिड्डी दल गिणती विच बहुत ज़्यादा है जो महापुरख वाले महापुरखा ने जो गिणती खालसा जी दसी है सूरज प्रकाश विच भी ये गिणती आई है। जिहड़ा वजीर खान है लाहौर वाला जां पशौर वाले जिहड़े आए हन हाकम ते कहलूरीए 22 धार दे राजे जो जिन्ने राजे हन ये 9 लाख फौज की गिणती इन्हां दी दसी है कि जिहड़ी पहलां ही आनंदगढ़ किले नूं घेर करके बैठी सी। जिहड़ा ख्वाजा मरदूद है 10 लाख फौज होर लै करके दिल्ली तो चढ़ करके आया सी। ये 10 लाख की गिणती अरंगे दियां फौजां दी आउंदी। सो जे ये टोटल कर लईए तो 19 लाख के करीब ये फौज सारी बन जाती है। सो जिहदा मुकाबला करने वास्ते इस चमकौरगढ़ी के अंदर जिहड़ा कलगीधर पिता सतगुरु साहिब जी ने बचन कीते हन ना 1.25 लाख से एक लड़ाऊं तब है गोबिंद सिंह नाम कहाऊं। ये बचन मेरे कृपालू सतगुरु साहिब जी ने केवल कहे नहीं हन केवल लिखण मात्र नहीं हन खालसा जी वो करके विखा लिया है। ताइयों ही अज एक सिंह खलोता होवे ते कोई पुछ ले भाई किन्ने सिंह आए जे ते गुरु का खालसा कहंदा 1.25 लाख पहुंच गया खालसा। 1.25 लाख खालसा कला सिंह ही 1.25 लाख ते भारू है। सो ये गुरु के खालसे ने वार वार करके विखा लिया भी है। सो बड़ा लंबा इतिहास है प्यारे खालसे का। अपने पास बहुता समा नहीं टूक मात्र उन्हां शहीदां दे चरनां ते नमस्कार करिए। सो साहब बाबा अजीत सिंह जी प्यारे खालसा जी वो 1.25 पैर जंग करके इस रण तत्ते अंदर शहादत का जाम पीता है। सो बाबा अजीत सिंह जी की शहादत तो बाद सो भाई साहब बाबा जुझार सिंह जी जिन्हां दी उम्र अजे 11 वरियां दी सी वो कृपालू सतगुरु साहिब जी दे हजूर हाजिर होए। गुरदेव कृपा करो साडा भी चित है असीं अपने भराता दे नाल जा करके हुण जिवें उन्हां ने शहादत दा जाम पी करके दादा जी दी गोद विच जा करके सुभाएमान होए हन साडा भी चित है असीं उस गोदी विच जा करके शहीद दादा जी दे पास जा करके सुभाएमान होईए। आप कृपा करो रहमत करो। कृपालू जी ने अपने कमर कस्से विचों शस्त्र दे करके भाई साहब बाबा जुझार सिंह जी नूं मैदाने जंग विच भेजिया है। लिखिया है जिस समय साहब बाबा जुझार सिंह जी मैदाने जंग विच जा करके लड़े हन उत्थे लिखिया है कि छोटे ने हथियार नाले बावां ने सटेरियां सो मारदा जांदा जे बाज ज्यों बटेरियां कहंदे इवें मारदे जांदे ने टिड्डी दल नूं जिवें बाज बटेरियां नूं मारदा हुंदा। भावें शस्त्र छोटे ने बावां छोटियां हन पर अजिहा जंग कीता है जिहड़ा दुनिया की तवारीख विच ना तां पहलां कदी होया सी ते ना आगाह नूं होवेगा।
ਇਹ ਜਿਹਾ ਸਹਿਬ ਬਾਬਾ ਅਜੀਤ ਸਿੰਘ ਜੀ ਨਾਲੋਂ ਕੁਝ ਕਦਮ ਆਗਾਹਾਂ ਜਾ ਕਰਕੇ ਸਹਿਬ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਸ਼ਹੀਦ ਹੋ ਗਏ ਨੇ ਦੋਵੇਂ ਸਾਹਿਬਜ਼ਾਦੇ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਕਮਰ ਕੱਸਾ ਕੀਤਾ। ਜਿਹੜਾ ਅੱਜ ਦਾ ਦਿਹਾੜਾ ਹੈ, ਕਮਰ ਕੱਸਾ ਕਰਕੇ ਹੁਣ ਤਿਆਰੀ ਕੀਤੀ ਹੈ ਆਪ ਮੈਦਾਨੇ ਜੰਗ ਵਿੱਚ ਉਤਰਨ ਦੀ। ਗੁਰੂ ਕੇ ਖਾਲਸੇ ਨੇ ਵਿਚਾਰ ਕੀਤੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰੀਏ, ਕਿਰਪਾਲੂ ਜੀ ਆਪ ਕਿਰਪਾ ਕਰੋ, ਆਪ ਰਹਿਮ ਕਰੋ, ਆਪਣਾ ਮੈਦਾਨੇ ਜੰਗ ਵਿੱਚ ਇਸ ਸਮੇਂ ਜਾਣਾ ਕਰੋ ਜੀ, ਆਪ ਬਖਸ਼ਿਸ਼ ਕਰੋ, ਆਪ ਇੱਥੋਂ ਚਲੇ ਜਾਓ। ਵਿਚਾਰ ਕਰਕੇ ਸਿੰਘਾਂ ਨੇ ਗੁਰਮਤਾ ਕੀਤਾ, ਸਾਰੇ ਇਕੱਠੇ ਹੋ ਕੇ ਬੇਨਤੀ ਕਰੀਏ, ਸਾਰੇ ਇਕੱਠੇ ਹੋ ਕਰਕੇ। ਉਸ ਸਮੇਂ ਭਾਈ ਪਿਆਰੇ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚੋਂ, ਪਿਆਰੇ ਧਰਮ ਸਿੰਘ ਜੀ, ਫਿਰ ਇਸੇ ਤਰੀਕੇ ਦੇ ਨਾਲ ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਇਹ 5 ਸਿੰਘ ਜਿਹੜੇ ਬਚੇ ਹੋਏ ਸਨ, ਇਹ ਅਗਾਂਹ ਹੋਏ ਨੇ। ਜਿਹੜੇ ਬਚੇ ਹੋਏ ਸਿੰਘਾਂ ਵਿੱਚੋਂ ਗੁਰਦੇਵ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਕਿਰਪਾ ਕਰੋ, ਤੁਸੀਂ ਇਸ ਮੈਦਾਨੇ ਜੰਗ ਵਿੱਚੋਂ, ਇਸ ਗੜੀ ਵਿੱਚੋਂ ਚਲੇ ਜਾਓ। ਟਿੱਡੀ ਦਲ ਦੀ ਇਸੇ ਵਿੱਚ ਹੀ ਹਾਰ ਹੈ। ਇਹ ਕਹਿ ਕੇ ਆਏ ਨੇ ਕਿ ਅਸੀਂ ਤੁਹਾਨੂੰ ਜਿੰਦਾ ਜਾਂ ਮੁਰਦਾ ਲੈ ਕਰਕੇ ਆਵਾਂਗੇ। ਇਹਦੇ ਵਿੱਚ ਹਾਰ ਹੀ ਇਹਨਾਂ ਦੀ ਇਹੋ ਹੀ ਹਾਰ ਹੈ, ਜੇ ਆਪ ਜੀ ਇੱਥੋਂ ਚਲੇ ਜਾਂਦੇ ਹੋ ਤਾਂ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਸ ਸਮੇਂ ਕਿਹਾ, ਨਹੀਂ ਸਾਡਾ ਚਿੱਤ ਹੈ ਅਸੀਂ ਇਸ ਮੈਦਾਨੇ ਜੰਗ ਵਿੱਚ ਜੂਝ ਕਰਕੇ ਸ਼ਹਾਦਤ ਦਾ ਜਾਮ ਪੀਏ। ਨਹੀਂ, ਆਪ ਜੀ ਨੂੰ ਖਾਲਸਾ, ਆਪ ਜੀ ਨੇ ਖਾਲਸੇ ਤੇ ਬਖਸ਼ਿਸ਼ ਕੀਤੀ ਹੈ, ਆਪ ਜੀ ਨੂੰ ਖਾਲਸਾ। ਮਹਾਰਾਜ ਬੇਨਤੀ, ਜੇ ਤੁਸੀਂ ਆਖੋ ਬੇਨਤੀ, ਜੇ ਆਪ ਜੀ ਨਾ ਮੰਨੇ ਤੇ ਅਸੀਂ ਹੁਕਮ ਕਰਾਂਗੇ। ਉਸ ਸਮੇਂ ਸੋ ਬਖਸ਼ਿਸ਼ ਕੀਤੀ, ਕਹਿਣ ਲੱਗੇ ਖਾਲਸਾ ਜੀ ਅਸੀਂ ਤੁਹਾਡੇ ਹੁਕਮ ਦੇ ਵਿੱਚ ਹੀ ਹਾਂ। ਉਸ ਸਮੇਂ ਭਾਈ ਪੰਜਾਂ ਸਿੰਘਾਂ ਨੂੰ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਹਮਣੇ ਖਿਲਾਰ ਕਰਕੇ ਕਲਗੀ ਜਗ੍ਹਾ ਭੇਟ ਕੀਤੀ ਹੈ, ਜਿਹਦੇ ਬਾਬਤ ਭਾਈ ਸੁਖਾ ਸਿੰਘ ਜੀ ਨੇ ਲਿਖਿਆ ਹੈ ਗੁਰਬਲਾਸ ਵਿੱਚ ਕਿ ਭਾਈ ਸੰਗਤ ਸਿੰਘ ਜੀ ਨੂੰ ਗੁਰਮਤਾ ਕੀਤਾ ਹੈ ਸਾਰੇ ਸਿੰਘਾਂ ਨੇ, ਕਿ ਜਿਹੜਾ ਅਸਲ ਤੇ ਗੁਰਿਆਈ ਦਿੱਤੀ ਹੈ ਸਤਿਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਨੂੰ। ਇਹ ਜਿਹੜਾ ਦਿਹਾੜਾ ਹੈ ਖਾਲਸੇ ਦੀ ਗੁਰਿਆਈ ਦਾ ਵੀ ਦਿਹਾੜਾ ਹੈ। ਅੱਜ ਦੇ ਦਿਨ ਖਾਲਸੇ ਨੂੰ ਗੁਰਿਆਈ ਬਖਸ਼ ਕਰਕੇ ਨਵਾਜਿਆ ਹੈ ਗੁਰੂ ਸਾਹਿਬ ਜੀ ਨੇ। ਜਿਹੜਾ ਖਾਲਸਾ ਗੁਰੂ ਖਾਲਸਾ ਵਾਲੇ ਬਚਨ ਹਨ ਉਹ ਪੂਰੇ ਕੀਤੇ ਹਨ, ਜਿਹਨੂੰ ਆਪਾਂ ਪੜ੍ਹਦੇ ਹਾਂ, ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪ ਗੁਰੂ ਸਰੂਪ ਵੀ ਸਤਿਗੁਰੂ ਸਾਹਿਬ ਜੀ ਹਨ, ਆਪ ਚੇਲਾ ਸਰੂਪ ਹੋ ਕਰਕੇ ਵੀ ਸੰਸਾਰ ਵਿੱਚ ਵਰਤ ਰਹੇ ਹਨ। ਪੰਜਾਂ ਸਿੰਘਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਗੁਰਿਆਈ ਦਿੱਤੀ ਹੈ। ਪੰਥ ਨੇ ਗੁਰਮਤਾ ਕੀਤਾ ਕਿ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦਾ ਸੋ ਚਿਹਰਾ ਮੋਹਰਾ ਜਿਹੜਾ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਨਾਲ ਬਹੁਤਾ ਮਿਲਦਾ ਜੁਲਦਾ ਹੈ, ਉਹਨਾਂ ਨੂੰ ਇਹ ਕਲਗੀ ਜਗ੍ਹਾ ਸਜਾਈ ਗਈ ਹੈ। ਸੋ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤ ਸਿੰਘ ਜੀ ਦਾ ਜ਼ਿਕਰ ਕੀਤਾ ਹੈ, ਪਰ ਖਾਲਸਾ ਜੀ ਇਹਦੇ ਤੇ ਝੇੜਾ ਝਗੜਾ ਨਹੀਂ ਪਾਉਣਾ ਚਾਹੀਦਾ, ਹੈ ਤੇ ਗੁਰੂ ਕੇ ਪੁੱਤਰ ਲਾਲ ਹੀ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲਾ ਕੱਲਾ ਸਿੰਘ ਜਿਹੜਾ ਗੁਰੂ ਕਾ ਖਾਲਸਾ ਹੈ, ਜਿਹੜਾ ਅੱਜ ਵੀ ਸੱਜਿਆ ਹੋਇਆ ਸਿੰਘ ਹੈ, ਉਹ ਭਾਈ ਕਲਗੀਆਂ ਵਾਲੇ ਬਾਪੂ ਦਾ ਹੀ ਸਰੂਪ ਹੈ ਨਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਭਿੰਨ ਕੋਈ ਕਿਵੇਂ ਹੋ ਸਕਦਾ ਹੈ, ਜਦੋਂ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਕਰਕੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਖਾਸ ਰੂਪ ਹੈ, ਖਾਲਸਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਆਪ ਬਖਸ਼ਿਸ਼ ਕੀਤੀ ਹੈ। ਫਿਰ ਉਸ ਸਮੇਂ ਬਚਨ ਕੀਤੇ ਹਨ, ਖਾਲਸਾ ਜੀ ਜਾਵਾਂਗਾ ਆਪ ਜੀ ਦਾ ਬਚਨ ਮੰਨ ਕੇ ਜ਼ਰੂਰ, ਪਰ ਦੁਸ਼ਮਣ ਦੀ ਹਿੱਕ ਦੇ ਉੱਤੋਂ ਦੀ ਲੰਘ ਕੇ ਜਾਵਾਂਗੇ। ਸੋ ਇਹ ਨਹੀਂ ਕਿ ਲੋਕੇ ਚਲੇ ਜਾਈਏ ਇੱਥੋਂ। ਸੋ ਭਾਈ ਕੋਠਾ ਸਿੰਘ ਜੀ ਜਿਹੜੇ ਨਗਾਰਚੀ ਸਨ, ਉਹਨਾਂ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਨਗਾਰਾ ਵਜਾਉਣਾ ਬੰਦ ਨਹੀਂ ਕਰਨਾ। ਸੋ ਇਹ ਹੁਕਮ ਕਰਕੇ ਆਪ ਉੱਚੀ ਸਾਰੀ ਆਵਾਜ਼ਾਂ ਲਾ ਕਰਕੇ ਪੀਰੇ ਹਿੰਦ ਰਵਾਂ, ਭਾਵ ਹਿੰਦ ਦੇ ਪੀਰ ਇੱਥੋਂ ਜਾ ਰਹੇ ਹਨ। ਟਿੱਡੀ ਦਲ ਵਿੱਚ ਭਗਦੜ ਮਚ ਗਈ ਹੈ। ਸੋ ਅਨੇਕਾਂ ਹੀ ਜਿਹੜੇ ਇਹ ਸੂਰਮੇ ਨੇ ਟਿੱਡੀ ਦਲ ਦੇ, ਆਪਸ ਵਿੱਚ ਖੈਬੜ ਕੇ ਰਾਤ ਦੇ ਹਨੇਰੇ 'ਚ ਮਰ ਗਏ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਥੋਂ ਲੰਘਣ ਨਹੀਂ ਦੇਣਾ। ਇਸ ਤਰੀਕੇ ਦੇ ਨਾਲ ਕਿਰਪਾਲੂ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਣ ਲੱਗਿਆ। ਮੇਰੇ ਗੁਰਦੇਵ ਜੀ ਨੇ ਆਪ ਆਪਣੇ ਪਾਵਨ ਚਰਨਾਂ ਤੋਂ ਜੋੜਾ ਵੀ ਉਤਾਰ ਦਿੱਤਾ ਹੈ ਕਿ ਜਦੋਂ ਮੈਦਾਨੇ ਜੰਗ ਵਿੱਚ ਤੁਰ ਕਰਕੇ ਜਾਵਾਂਗੇ, ਖਾਲਸਾ ਜੀ ਕਿਤਨਾ ਵੱਡਾ ਪਿਆਰ ਸਤਿਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਪਿਆਰੇ ਖਾਲਸੇ ਨਾਲ ਕਰਦੇ ਹਨ।
ਜੇ ਅਸੀਂ ਗੁਰਦੇਵ ਜੀ ਦੇ ਧੀਆਂ ਪੁੱਤਰ ਬਣ ਜਾਈਏ, ਕਿੰਨਾ ਪਿਆਰ ਸਤਿਗੁਰੂ ਸਾਹਿਬ ਜੀ ਸਾਡੇ ਨਾਲ ਕਰਨਗੇ। ਸੋ ਅਜੋਕੇ ਸਮੇਂ ਵਿੱਚ ਤੇ ਸਾਨੂੰ ਜਰਾਬਾਂ ਲਾਉਣੀਆਂ ਵੀ ਬਹੁਤਾ ਭਾਰ ਲੱਗਦਾ ਹੈ ਕਿ ਗੁਰੂ ਘਰ ਵਿੱਚ ਜਾ ਕਰਕੇ ਜਰਾਬਾਂ ਲਾ ਕਰਕੇ ਚਰਨ ਗੰਗਾ ਤੋਂ ਪੈਰ ਧੋਣੇ ਵੀ ਸਾਨੂੰ ਬਹੁਤੇ ਭਾਰੇ ਲੱਗਦੇ ਹਨ। ਪਰ ਖਾਲਸਾ ਜੀਓ, ਆਪ ਜੀ ਦੇ ਹਜ਼ੂਰ ਚੋਂ ਲੰਘਣ ਵਾਸਤੇ ਮੇਰੇ ਹਜ਼ੂਰ ਗੁਰਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨਾਂ ਦਾ ਜੋੜਾ ਆਪ ਉਤਾਰਿਆ ਹੈ। ਇੱਥੇ ਮੇਰੇ ਪਿਆਰੇ ਖਾਲਸੇ ਦੇ ਸਰੀਰ ਇਸ ਮੈਦਾਨੇ ਜੰਗ ਵਿੱਚ ਡਿੱਗੇ ਹੋਏ ਹਨ। ਜਦੋਂ ਉਹਨਾਂ ਦੇ ਪਾਸੋਂ ਗੁਜ਼ਰਾਂਗੇ ਅਸੀਂ ਜੋੜਾ ਪਾ ਕਰਕੇ ਨਹੀਂ ਗੁਜ਼ਰ ਸਕਦੇ। ਸਾਨੂੰ ਵੀ ਚਾਹੀਦਾ ਹੈ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਆਪ ਮਰਿਆਦਾ ਰੱਖੀਏ, ਅਸੀਂ ਵੀ ਰੱਖੀਏ। ਜਦੋਂ ਗੁਰੂ ਕੇ ਹਜ਼ੂਰ ਆਈਏ ਬਿਲਕੁਲ ਸੁਚੇਤ ਹੋ ਕਰਕੇ ਉਹ ਕੋਈ ਵੀ ਕਰਮ ਗੁਰੂ ਕੇ ਪਿਆਰੇ ਖਾਲਸਾ ਜੀ ਕਦਾਚਿਤ ਨਾ ਕਰੀਏ ਜਿਹੜਾ ਕਰਮ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਪ੍ਰੇਮ ਤੋਂ ਵਿਛੋੜਦਾ ਹੋਵੇ। ਜਿਸ ਕਰਮ ਕਰਨ ਦੇ ਨਾਲ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਪਿਆਰ ਨਾ ਮਿਲੇ, ਉਲਟਾ ਗੁਰੂ ਕਾ ਨਰਾਦਰ, ਗੁਰੂ ਘਰ ਦੀ ਬੇਰਮਤੀ ਬੇਮਰਿਆਦਗੀ ਕਰਕੇ ਘਰ ਨੂੰ ਚਲੇ ਜਾਈਏ, ਅਜਿਹੇ ਕਰਮ ਕਰਨੇ ਸਾਨੂੰ ਕਦਾਚਿਤ ਉਚਿਤ ਨਹੀਂ। ਗੁਰੂ ਕੇ ਖਾਲਸੇ ਨੂੰ, ਉਸ ਖਾਲਸੇ ਨੂੰ ਜਿਸ ਖਾਲਸੇ ਦੇ ਪਿਤਾ ਸਤਿਗੁਰੂ ਸਾਹਿਬ ਆਪਣੇ ਚਰਨਾਂ ਤੋਂ ਜੋੜਾ ਉਤਾਰ ਕਰਕੇ, ਆ ਵੇਖ ਲਓ, ਆ 2 ਦਿਹਾੜੇ ਪਿਛਲਿਆਂ ਦੇ ਵਿੱਚ ਵਿਚਾਰ ਕਰਕੇ ਵੇਖੋ, ਜਿੰਨੀ ਸੀਤ ਲਹਿਰ ਹੁਣ ਚੱਲ ਰਹੀ ਹੈ ਕਦੀ ਨਹੀਂ ਚੱਲੀ। ਐਵੇਂ ਲੱਗਦਾ ਸੀ ਜਿਵੇਂ ਸਿਆਲ ਆਇਆ ਹੀ ਨਹੀਂ ਕੁਝ ਦਿਨ ਪਹਿਲਾਂ। ਮੈਨੂੰ ਤੇ ਐਵੇਂ ਮਹਿਸੂਸ ਹੋ ਰਿਹਾ ਹੈ ਕੁਝ ਦਿਹਾੜਿਆਂ ਤੋਂ, 2-3 ਦਿਨਾਂ ਤੋਂ, ਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਖਾਲਸੇ ਨੂੰ ਲੱਗਦਾ ਚੇਤਾ ਹੀ ਕਰਾ ਰਹੇ ਨੇ। ਖਾਲਸਾ ਜੀਓ, ਇਹਨਾਂ ਦਿਹਾੜਿਆਂ ਵਿੱਚ ਸਰਸਾ ਪਾਰ ਕੀਤੀ ਸੀ। ਉਹ ਹੜ ਦੁਬਾਰਾ ਕਦੀ ਨਹੀਂ ਆਏ ਉਹ ਸਰਸਾ ਦੇ ਵਿੱਚ। ਆਹ ਦਿਨ ਸਨ ਜਦੋਂ ਜਾਣ ਤੋਂ ਪਿਆਰਾ ਖਾਲਸਾ ਹਜ਼ਾਰਾਂ ਸਿੰਘ ਸਰਸਾ ਦੀ ਭੇਟ ਹੋਏ। ਆ ਉਹ ਦਿਹਾੜੇ ਹਨ ਖਾਲਸਾ ਜੀਓ, ਜਿਨ੍ਹਾਂ ਦਿਹਾੜਿਆਂ ਦੇ ਵਿੱਚ 700 ਸਿੰਘ ਸਰਸਾ ਦੇ ਕੰਢੇ ਜੂਝ ਕਰਕੇ ਸ਼ਹੀਦ ਹੋਇਆ ਹੈ। ਖਾਲਸਾ ਜੀਓ, ਇਹ ਉਹ ਦਿਹਾੜੇ ਹਨ ਜਿਨ੍ਹਾਂ ਦਿਹਾੜਿਆਂ ਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਸਾਡੇ ਪਿਆਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦਾ ਸਰਸਾ ਦੇ ਕੰਢੇ ਤੇ ਸਾਡੇ ਨਾਲੋਂ ਵਿਛੋੜਾ ਹੋਇਆ ਹੈ। ਖਾਲਸਾ ਜੀਓ, ਇਹ ਉਹ ਦਿਹਾੜੇ ਹਨ ਜਿਨ੍ਹਾਂ ਦਿਹਾੜਿਆਂ ਵਿੱਚ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ 2 ਲੱਖ ਤੇ ਜਿਗਰ ਸੋ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਹੁਣ ਮੇਰੇ ਗੁਰਦੇਵ ਜੀ ਆਪ ਨੰਗੇ ਪੈਰੀ ਚੱਲੇ ਹਨ। ਸੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਾਬਤ ਆਪਾਂ ਅਨੇਕਾਂ ਬਚਨ ਕਵੀਆਂ ਨੇ ਆਪੋ ਆਪਣੇ ਤਰੀਕੇ ਨਾਲ ਲਿਖਿਆ ਹੈ। ਜਿਵੇਂ ਕਰਤਾਰ ਸਿੰਘ ਬਲੱਗਣ ਜੀ ਨੇ ਵੀ ਲਿਖਿਆ ਹੈ ਕਿ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਜਾਂਦੇ ਹੋਏ ਦਸ਼ਮੇਸ਼ ਨੇ ਨਿਗਾਹ ਮਾਰੀ, ਇੱਕ ਵਾਰੀ ਸ਼ਹੀਦੀ ਅਖਾੜੇ ਦੇ ਵੱਲ ਲੰਘਦੇ ਹੋਏ ਅਜੀਤ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਪਲ ਪਰ ਤੱਕਿਆ ਦਾਤੇ ਨੇ ਨਾਲ ਗੌਰਵ, ਪਰ ਉਹ ਫੇਰ ਮੁਸਕਾ ਕੇ ਲੰਘ ਤੁਰਿਆ। ਫਾਹੀਆਂ ਲਾਉਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਸੋ ਕਰਤਾਰ ਸਿੰਘ ਬਲੱਗਣ ਜੀ ਲਿਖਦੇ ਨੇ ਕਿ ਜਾਂਦਿਆਂ ਹੋਇਆਂ ਸਾਹਿਬ ਅਜੀਤ ਸਿੰਘ ਜੀ ਦੇ ਪਾਵਨ ਸਰੀਰ ਦੇ ਦਰਸ਼ਨ ਹੋਏ ਹਨ। ਭਾਵੇਂ ਸੂਰਜ ਪ੍ਰਕਾਸ਼ 'ਚ ਲਿਖਿਆ ਹੈ ਕਿ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਿੱਥੇ ਪਾਵਨ ਸਰੀਰ ਸੀ, ਉਹ ਸਰੀਰ ਦੇ ਉੱਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਇੰਨੀਆਂ ਲੋਥਾਂ ਦਾ ਢੇਰ, ਜਿਸ ਸਮੇਂ ਜਿਹੜੇ ਨੇੜੇ ਹੋ ਕਰਕੇ ਵੀ ਟਿੱਡੀ ਦਲ ਦੇ ਪਏ ਸਨ, ਭਾਵੇਂ ਬੰਦੂਕਾਂ ਲੈ ਕਰਕੇ ਪਹੁੰਚੇ, ਸਾਰਿਆਂ ਨੂੰ ਸੋ ਉੱਥੇ ਮੌਤ ਦੇ ਘਾਟ ਉਤਾਰ ਕਰਕੇ ਲੋਥਾਂ ਤੇ ਲੋਥਾਂ ਚਾੜ ਦਿੱਤੀਆਂ ਹਨ, ਵਿੱਚੇ ਹੀ ਅਲੋਪ ਹੋ ਗਏ ਹਨ। ਪਰ ਕਰਤਾਰ ਸਿੰਘ ਬਲੱਗਣ ਦੀ ਆਪਣੀ ਭਾਵਨਾ ਉਹ ਲਿਖਦਾ ਹੈ ਕਿ ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਦੀਦਾਰ ਹੋਏ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬੜੇ ਸਤਿਕਾਰ ਨਾਲ ਦੇਖਿਆ ਹੈ ਆਪਣੇ ਵੱਡੇ ਸਾਹਿਬਜ਼ਾਦਾ ਜੀ ਨੂੰ, ਪਰ ਉੱਥੋਂ ਮੁਸਕਰਾ ਕਰਕੇ, ਹੈ ਕੋਈ ਐਸਾ ਰਹਿਬਰ ਸੰਸਾਰ ਦੇ ਉੱਤੇ, ਹੈ ਕੋਈ ਐਸਾ ਗੁਰੂ, ਹੈ ਕੋਈ ਐਸਾ ਪੀਰ ਜਿਹੜਾ ਭਾਈ ਪੁੱਤਰਾਂ ਦਾ ਦਾਨ ਦੇ ਕਰਕੇ, ਪੁੱਤਰਾਂ ਦੇ ਵਾਰਨੇ ਕਰਕੇ ਤੇ ਆਪਣੀ ਉਮਤ, ਆਪਣੇ ਚੇਲਿਆਂ ਨੂੰ ਬਚਾਉਂਦਾ ਹੋਵੇ? ਹੈ ਕੋਈ ਐਸਾ ਰਹਿਬਰ ਜਿਹਦੀ ਰਸਨਾ ਤੋਂ ਇਹ ਬਚਨ ਨਿਕਲੇ ਹੋਣ, ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ। ਇਹ ਪੰਥ ਵਸਦਾ ਰਵੇ, ਭਾਵੇਂ ਮੈਂ ਉਜੜ ਵੀ ਜਾਵਾਂ, ਮੇਰੇ ਮਨ ਦਾ ਇਹੋ ਹੀ ਚਾਅ ਹੈ ਪੰਥ ਵਸਦਾ ਰਵੇ। ਐਵੇਂ ਢਿੱਲੀਆਂ ਜੀਆਂ ਗੱਲਾਂ 'ਚ ਪੈ ਕਰਕੇ ਕਈ ਵਾਰੀ ਸਾਡੇ ਭਾਈਚਾਰੇ ਵਾਲੇ ਕਹਿਣਗੇ ਪੰਥ ਮੁੱਕ ਜਾਣਾ ਹੈ। ਨਹੀਂ ਭਾਈ,
ਜਾਣ ਤੋਂ ਪਿਆਰੇ ਪੁੱਤ ਦੇ ਕੇ ਅਸਾਂ ਨੂੰ ਬਚਾਇਆ ਹੈ। ਇਹ ਜਿਹੜਾ ਪਿਆਰਾ ਪੰਥ ਸਾਜਿਆ ਹੈ ਨਾ, ਆਪਣੇ ਜਾਣ ਤੋਂ ਪਿਆਰੇ ਲਖਤੇ ਜਿਗਰ ਪੁੱਤਰਾਂ ਨੂੰ ਵਾਰ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪੰਥ ਬਚਾਉਣਾ ਕੀਤਾ ਹੈ। ਭਾਵੇਂ ਜਿਤਨੀਆਂ ਮਰਜ਼ੀ ਵੀ ਸਰਕਾਰਾਂ ਯਤਨ ਕਰ ਲੈਣ, ਭਾਵੇਂ ਵੱਡੀਆਂ ਵੱਡੀਆਂ ਸਰਕਾਰਾਂ ਨੇ ਯਤਨ ਕਰਕੇ ਵੇਖ ਲਏ ਹਨ, ਆਗਾਹਾਂ ਵੇਖਦੀਆਂ ਰਹਿਣਗੀਆਂ। ਖਾਲਸਾ ਜੀਓ, ਇਹ ਪੰਥ ਨੂੰ ਕਦੀ ਵਾਸਤੇ ਨਾ ਖਤਰਾ ਸੀ ਤੇ ਨਾ ਹੋਵੇਗਾ। ਹਾਂ, ਇੰਨਾ ਜ਼ਰੂਰ ਹੈ, ਦਾਸ ਦੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੋਣਾ ਨੇ ਇਸ ਪਾਵਨ ਅਸਥਾਨ ਤੋਂ ਹੀ ਦਾਸ ਨੂੰ ਪੜ੍ਹਾਇਆ ਸੀ ਕਿ ਪੁੱਤ, ਜਿੱਥੇ ਦੀਵਾ ਜਗਦਾ ਹੋਵੇ ਨਾ, ਦੀਵਾ ਚੋਰ ਨੂੰ ਚੰਗਾ ਨਹੀਂ ਲੱਗਦਾ, ਤੇ ਸਰਕਾਰਾਂ ਚੋਰ ਹੋਇਆ ਕਰਦੀਆਂ ਹਨ। ਗੁਰੂ ਘਰ ਦੀਵੇ ਦੀ ਨਿਆਈ ਚਾਨਣ ਕਰਨ ਵਾਲਾ ਹੈ। ਚਾਨਣ ਤੇ ਚੋਰ ਦਾ ਹਮੇਸ਼ਾ ਹੀ ਝਗੜਾ ਰਿਹਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਚਾਨਣ ਦੇ ਬਲਦੇ ਹੋਏ ਪਾਵਨ ਲੋਹ ਨੂੰ, ਇਸ ਪਾਵਨ ਜੋਤੀ ਨੂੰ ਬੁਝਾਉਣ ਦਾ ਯਤਨ ਕਰਨਗੀਆਂ। ਪਰ ਗੱਲ ਚੇਤੇ ਰੱਖਿਓ ਜੇ, ਸੋ ਕਦੀ ਵੀ ਖਾਲਸਾ ਜੀਓ ਜੋਤਾਂ ਨਹੀਂ ਬੁਝਿਆ ਕਰਦੀਆਂ, ਦੀਵੇ ਨਹੀਂ ਬੁਝਿਆ ਕਰਦੇ। ਪਰ ਨਾਲ ਇਹ ਵੀ ਪੱਕਾ ਸੱਚਾਈ ਹੈ ਕਿ ਚੋਰਾਂ ਦੇ ਘਰ ਕਦੀ ਚਾਨਣ ਵੀ ਨਹੀਂ ਹੋਇਆ ਕਰਦਾ। ਜਿਹੜਾ ਵੀ ਇਸ ਜੋਤੀ ਨੂੰ ਬੁਝਾਉਣ ਦਾ ਯਤਨ ਕਰੇਗਾ, ਚੇਤੇ ਰੱਖਿਆ ਜੇ ਉਹਦੀ ਕੁੱਲ ਤੇ ਨਾਸ ਹੋ ਜਾਵੇਗੀ, ਉਹਦੀ ਕੁੱਲ ਤੇ ਚੱਲਣੋਂ ਬੰਦ ਹੋ ਜਾਵੇਗੀ। ਪਰ ਇਹ ਦਰ ਵਸਦੇ ਰਹਿਣਗੇ। ਇਹ ਖਾਲਸਾ ਇਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਵਿੱਚ ਆਗਾਹ ਨੂੰ ਵੱਧਦਾ ਰਹੇਗਾ। ਕਿਉਂਕਿ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਆਰੇ ਸਾਹਿਬਜ਼ਾਦੇ, ਆਪਣੇ ਜਾਣ ਤੋਂ ਪਿਆਰੇ ਸਿੰਘ, ਉਹਨਾਂ ਦੀ ਪਾਵਨ ਕੁਰਬਾਨੀਆਂ ਦੇ ਕਰਕੇ ਸਿਰਜਣਾ ਕੀਤਾ ਹੈ। ਇਸ ਦੀ ਆਰੰਭਤਾ ਹੀ ਇੱਥੋਂ ਹੈ। ਦੁਨੀਆ ਦੇ ਹੋਣਗੇ ਬਾਕੀ ਸਕੂਲ, ਬਾਕੀ ਮਦਰਸੇ, ਜਿੱਥੇ ਭਾਈ ਮਾਇਆ ਦੀ ਭੇਟਾ ਲਈ ਜਾਂਦੀ ਹੋਵੇਗੀ। ਐਵੇਂ ਚਿੰਤਾ ਨਾ ਕਰਿਆ ਕਰੀਏ ਜੀ ਇੰਨੇ ਫਲਾਣੇ ਧਰਮ ਚਲੇ ਗਏ, ਸਾਨੂੰ ਘਾਟਾ ਪੈ ਗਿਆ। ਭਾਈ ਸਸਤੇ ਸਕੂਲਾਂ 'ਚ ਬਹੁਤੇ ਜਵਾਕ ਪੜ੍ਹਦੇ ਨੇ, ਪਰ ਜਿਹੜੇ ਵੱਡੇ ਸਕੂਲ ਹੋਣ, ਜਿਨ੍ਹਾਂ ਦੀ ਭੇਟਾ, ਜਿਨ੍ਹਾਂ ਦੀ ਫੀਸ ਵਧੇਰੇ ਹੋਵੇ, ਉਹਨਾਂ ਵਿੱਚ ਕੁਝ ਕੀ ਜਾਇਆ ਕਰਦੇ ਨੇ। ਇੱਥੇ ਤੇ ਜਿਹੜਾ ਅਜੋਕੀ ਭਾਸ਼ਾ 'ਚ ਦਾਸ ਬੇਨਤੀ ਕਰ ਦਵੇ, ਇੱਥੇ ਜਿਹੜਾ ਐਡਮਿਸ਼ਨ ਫਾਰਮ ਹੈ ਉਹਦੇ ਉੱਤੇ ਹੀ ਪਹਿਲਾਂ ਇਹ ਲਿਖਿਆ ਹੈ ਕਿ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਨ ਨਾ ਕੀਜੈ। ਪੁੱਤ, ਜੇ ਇਸ ਮਾਰਗ ਤੇ ਚੱਲਣਾ ਹੀ ਤੇ ਸਿਰ ਦੇਣਾ ਪਵੇਗਾ। ਇਹ ਭਾਈ ਇਸ ਮਾਰਗ ਤੇ ਚੱਲਣ ਵਾਲੇ ਹਨ ਜਿਨ੍ਹਾਂ ਨੇ ਸਿਰ ਦੇ ਕਰਕੇ, ਭਾਈ ਸੰਗਤ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਤੋਂ ਬਖਸ਼ਿਸ਼ ਪ੍ਰਾਪਤ ਨਹੀਂ ਕੀਤੀ। ਪਿਆਰੇ ਖਾਲਸਾ ਜੀਓ, ਏਡੀ ਵੱਡੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ, ਸੋ ਲਿਖਿਆ ਹੈ ਗੁਰ ਇਤਿਹਾਸ ਵਿੱਚ ਕਿ ਸਵਾ ਪੈਰ ਜੰਗ ਭਾਈ ਸੰਗਤ ਸਿੰਘ ਜੀ ਨੇ ਵੀ ਜਾ ਕਰਕੇ ਕੀਤੀ। ਸਵਾ ਪੈਰ ਵਿਚਾਰ ਕਰਕੇ ਵੇਖ ਲਓ, 4 ਘੰਟਿਆਂ ਦਾ ਸਮਾਂ ਬਣ ਜਾਂਦਾ ਹੈ। ਏਡੀ ਵੱਡੀ ਫੌਜ 'ਚ ਜਾ ਕਰਕੇ ਇੰਨਾ ਲੰਮਾ ਸਮਾਂ ਲੜਨਾ। ਇੱਕ ਪਾਸੇ ਸਾਰਿਆਂ ਨੂੰ ਐਵੇਂ ਲੱਗ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਹਨ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਇੱਕ ਛੱਡਿਆ ਹੋਇਆ ਤੀਰ 10,000 ਵੈਰੀ ਚੋਂ ਲੰਘਦਾ, 10,000 ਵੈਰੀ ਚੋਂ। ਸੋ ਇਸ ਗੱਲ ਦਾ ਸ਼ੰਕਾ ਤੇ ਸੰਸਾ ਗੁਰੂ ਕੇ ਸਿੱਖਾਂ ਨੇ ਬਿਲਕੁਲ ਨਹੀਂ ਕਰਨਾ। ਆਪ ਜੀ ਗੁਰ ਇਤਿਹਾਸ ਪੜ੍ਹੋ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਪਾਵਨ ਅਸਥਾਨ ਹੈ ਦੁਆਬੇ ਦੇ ਵਿੱਚ। ਗੁਰਦੇਵ ਜੀ ਨੇ ਆਨੰਦਗੜ੍ਹ ਦੇ ਕਿਲੇ ਤੋਂ ਬੈਠਿਆਂ ਤੀਰ ਮਾਰਿਆ, ਵਜੀਦ ਖਾਂ ਦੇ ਮੰਜੇ ਦੇ ਪਾਵੇ ਵਿੱਚ ਆਣ ਕਰਕੇ ਵੱਜਾ। ਤੀਰ ਪੁੱਟ ਕੇ ਵੇਖਿਆ, ਵਿਚਾਰ ਕਰਦਾ ਏ, ਕਹਿੰਦਾ ਹੈ ਮਨ 'ਚ ਸੋਚਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੀ ਸ਼ਕਤੀਆਂ ਵਾਲੇ ਨੇ। ਨਾਲਦਿਆਂ ਨੂੰ ਕਿਹਾ, ਕਹਿੰਦਾ ਗੁਰੂ ਸਾਹਿਬ ਸ਼ਕਤੀ ਵਾਲੇ ਨੇ, ਇਹ ਤੀਰ ਗੁਰੂ ਕਾ ਇੱਥੋਂ ਤੱਕ ਕਿਵੇਂ ਪਹੁੰਚ ਸਕਦਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦੂਸਰਾ ਤੀਰ ਉੱਤੇ ਨਾਲ ਪੱਤਰਕਾ ਲਿਖ ਕੇ ਭੇਜੀ। ਉਹ ਗੁਰਦੁਆਰਾ ਸਾਹਿਬ ਅਸਥਾਨ ਸੁਭਾਏਮਾਨ ਹੈ, ਉਹ ਆਣ ਕਰਕੇ ਰੁੱਖ ਵਿੱਚ ਵੱਜਾ। ਮਹਾਰਾਜ ਜੀ ਨੇ ਬਚਨ ਕੀਤੇ, ਵਜੀਦ ਖਾਂ ਉੱਤੇ ਲਿਖਿਆ ਹੋਇਆ ਸੀ, ਇਹ ਸਾਡੀ ਸ਼ਕਤੀ ਨਹੀਂ, ਸਾਡੀਆਂ ਭੁਜਾਵਾਂ ਦਾ ਬਲ ਹੈ, ਸਾਡੀ ਕਸਰਤ ਹੈ, ਅਸੀਂ ਤੀਰ ਦੇ ਧਣੀ ਹਾਂ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜਿਨ੍ਹਾਂ ਬਾਬਤ ਬਚਨ ਮਹਾਂਪੁਰਖਾਂ ਨੇ ਇੱਥੇ ਮੰਜੀ ਹਾਲ ਦੀਵਾਨ ਹਾਲ ਤੋਂ ਕੀਤੇ ਸਨ ਕਿ ਸਮੇਂ ਦੀਆਂ ਸਰਕਾਰਾਂ ਸੋਚਦੀਆਂ ਸਿੱਖ ਕਿਵੇਂ ਲੜ ਲੈਣਗੇ ਸਾਡੇ ਨਾਲ। ਮਹਾਂਪੁਰਖਾਂ ਨੇ ਬਚਨ ਕੀਤੇ ਸਨ। ਚਮਕੌਰਗੜ੍ਹੀ ਦਾ ਇਤਿਹਾਸ ਪੜ੍ਹ ਲਵੋ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਤੀਰ 10-10 ਹਜ਼ਾਰ ਵਾਰੀ ਚੋਂ ਪਾਰ ਹੋਏ ਹਨ।
ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹਾਂ। ਜੇ ਕੋਈ ਸਰਕਾਰ ਨੇ ਕੋਸ਼ਿਸ਼ ਕੀਤੀ ਹਮਲਾ ਕਰਨ ਦੀ, ਲੱਖ ਦੀ ਢੇਰੀ ਲਾ ਕਰਕੇ ਇੱਥੋਂ ਕੱਲਾਂਗੇ, ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਾਂ। ਐਸੀ ਬਖਸ਼ਿਸ਼ ਹੈ ਗੁਰੂ ਕੇ ਖਾਲਸੇ ਦੇ ਉੱਤੇ, ਉਸ ਖਾਲਸੇ ਤੇ ਜਿਸ ਨੂੰ ਸਾਜ ਕਰਕੇ ਬਚਨ ਕੀਤੇ ਸਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਿੰਨਾ ਚਿਰ ਇਹ ਪਿਆਰਾ ਖਾਲਸਾ ਪੰਥ ਨਿਆਰਾ ਰਹੇਗਾ ਸਾਰਿਆਂ ਤੋਂ, ਅਸੀਂ ਆਪਣਾ ਸਾਰਾ ਹੀ ਤੇਜ, ਆਪਣਾ ਸਾਰਾ ਹੀ ਬਲ, ਆਪਣੀ ਸਾਰੀ ਸ਼ਕਤੀ ਇਸ ਖਾਲਸੇ ਪੰਥ ਨੂੰ ਦੇ ਰੱਖਾਂਗੇ। ਇਸ ਕਰਕੇ ਭਾਈ ਖਾਲਸਾ ਜੀਓ, ਇਹ ਪਾਵਨ ਦਿਹਾੜੇ ਹਨ। ਸਾਨੂੰ ਹਰ ਇੱਕ ਦਿਹਾੜੇ ਨੂੰ ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇੱਕ ਦਾਸ ਬੇਨਤੀ ਕਰ ਦਵੇ, ਕੁਝ ਕੁ ਦਿਨਾਂ ਤੋਂ ਇੱਕ ਭਰਮ ਭੁਲੇਖਾ ਜਿਹਾ ਪਤਾ ਨਹੀਂ ਕਿੱਥੋਂ ਸਾਡੇ ਇੱਕ ਨਵੀਂ ਜੀ ਭਾਵਨਾ ਆ ਗਈ ਜੀ, ਸਾਡੇ ਅਫਸੋਸ ਦੇ ਦਿਹਾੜੇ ਹਨ। ਖਾਲਸਾ ਜੀ ਕਿਸ ਗੱਲ ਦਾ ਭਲਾ ਅਫਸੋਸ ਕਰਨਾ ਹੋਇਆ? ਆਖੇ ਜੀ ਪ੍ਰਭਾਤ ਫੇਰੀਆਂ ਨਹੀਂ ਕੱਢਣੀਆਂ ਪਿੰਡੋ ਪਿੰਡੀ। ਇਹ ਬੜੀ ਚਰਚਾ ਚੱਲਦੀ ਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਨ। ਸਿੰਘੋ, ਅਸੀਂ ਉਹ ਲੋਕ ਤੇ ਨਹੀਂ ਕਿ ਜਿਹੜੇ ਮੋਇਆਂ ਤੇ ਅਫਸੋਸ ਕਰਦੇ ਹੋਈਏ, ਜਿਹੜੇ ਮੰਜਿਆਂ ਤੇ ਪੈ ਕੇ ਮਰ ਜਾਣ, ਅਫਸੋਸ ਉਹਨਾਂ ਦਾ ਹੈ। ਜਿਹੜੇ ਮੈਦਾਨੇ ਜੰਗ ਵਿੱਚ ਆਪਣੀ ਕੌਮ ਦੀ ਵਿਗੜੀ ਸਵਾਰ ਕਰਕੇ ਜਾਣ, ਉਹਨਾਂ ਦਾ ਅਫਸੋਸ ਨਹੀਂ ਕੀਤਾ ਜਾਂਦਾ। ਉਹਨਾਂ ਦੇ ਦਿਹਾੜਿਆਂ ਤੇ ਚੜ੍ਹਦੀ ਕਲਾ ਨਾਲ ਕੌਮਾਂ ਇਕੱਤਰ ਹੁੰਦੀਆਂ ਹਨ। ਦੁਨੀਆ ਤੇ ਅਜਿਹੀਆਂ ਕੌਮਾਂ ਹਨ ਜਿਨ੍ਹਾਂ ਕੋਲ ਕੇਵਲ ਇੱਕ ਇੱਕ ਸ਼ਹੀਦ ਹੈ। ਉਹਨਾਂ ਨੇ ਪੂਰੀ ਦੁਨੀਆ ਵਿੱਚ ਆਪਣੇ ਉਹ ਸ਼ਹੀਦ ਦਾ ਪ੍ਰਚਾਰ ਕਰਕੇ ਤੇ ਧਰਮ ਦਾ ਪ੍ਰਸਾਰ ਕੀਤਾ ਹੈ। ਕਿੱਡੇ ਕਰਮਾਂ ਵਾਲੇ ਹਾਂ। ਆਪਾਂ ਪੜ੍ਹਦੇ ਹਾਂ ਆਪਣੇ ਕਵੀ ਜਨਾਂ ਦੀਆਂ ਕਵਿਤਾ, ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਹੈ। ਸਾਡੇ ਬੱਚੇ ਵੀ ਖੱਲ ਲਵਾ ਸਕਦੇ, ਬੇਸ਼ੱਕ ਮਾਣ ਤਜਰੂਬ ਦੀ ਖੱਲ ਦਾ ਹੈ। ਸਾਡੇ ਬੱਚਿਆਂ ਨੇ ਵੀ ਪੁੱਠੀਆਂ ਖੱਲਾਂ ਲਹਾਈਆਂ ਹਨ। ਇਹ ਅਫਸੋਸ ਦੇ ਦਿਹਾੜੇ ਨਹੀਂ ਹਨ। ਅਸੀਂ ਤੇ ਉਹ ਹਾਂ ਜਿਹੜੇ ਇਹ ਸੋਲੇ ਗਾਉਂਦੇ ਰਹੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉ ਜਿਉ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਸ ਕਰਕੇ ਅਫਸੋਸ ਕਿਸ ਗੱਲ ਦਾ ਭਲਾ ਕਰਨਾ ਹੋਇਆ? ਅਫਸੋਸ ਨਹੀਂ, ਚੜ੍ਹਦੀ ਕਲਾ ਦੇ ਦਿਹਾੜੇ ਹਨ। ਇਹਨਾਂ ਦਿਨਾਂ ਵਿੱਚ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਸਹਿਤ ਵਿਚਰੇ। ਜੇ ਤੁਸੀਂ ਤਵਾਰੀਖ ਇਤਿਹਾਸ ਨੂੰ ਪੜ੍ਹੋ, ਜਿਸ ਦਿਨ ਖਾਲਸਾ ਜੀ ਉਹ ਚਮਕੌਰ ਦੀ ਜੰਗ ਦਾ ਦਿਹਾੜਾ ਹੈ, ਜਿਸ ਦਿਨ ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ ਜਿਸ ਦਿਨ ਸ਼ਹਾਦਤ ਦਾ ਜਾਮ ਪੀਤਾ ਹੈ, ਉਸ ਦਿਨ ਖਾਲਸਾ ਜੀ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸੀ। ਇਸ ਕਰਕੇ ਗੁਰੂ ਕੇ ਖਾਲਸੇ ਨੇ ਢਹਿੰਦੀ ਕਲਾ 'ਚ ਨਹੀਂ ਜਾਣਾ ਕਦੀ ਵਾਸਤੇ ਵੀ। ਚੜ੍ਹਦੀ ਕਲਾ ਕੇਵਲ ਸਾਡਾ ਤਕੀਆ ਕਲਾਮ ਨਹੀਂ, ਸਾਡਾ ਜੀਵਨ ਹੈ। ਇਹ ਕੋਈ ਤਕੀਆ ਕਲਾਮ ਲਈ ਕਹਿਣ ਲਈ ਨਹੀਂ ਹੈ ਕਿ ਚੜ੍ਹਦੀ ਕਲਾ ਕਹੀ ਜਾਣੀ ਨਹੀਂ। ਇਹ ਗੁਰੂ ਕੇ ਖਾਲਸੇ ਦਾ ਜੀਵਨ ਹੈ। ਇਸ ਜੀਵਨ ਵਿੱਚ ਗੁਰੂ ਕੇ ਖਾਲਸੇ ਨੇ ਵਰਤਣਾ ਹੈ। ਇਹ ਜੀਵਨ ਦੇਣ ਵਾਸਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕਦੀ ਟਿੰਡ ਦਾ ਸਰਾਣਾ ਲਾਇਆ, ਕਦੀ ਰੋੜਾਂ ਦੀ ਸੇਜ ਉੱਤੇ ਪਏ, ਫਿਰ ਬਚਨ ਕੀਤੇ ਸਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਵਾਸਾਂ ਦੇ ਰਹਿਣਾ, ਸੋ ਸੂਰ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਚੜ੍ਹਦੀ ਕਲਾ ਕੀ ਹੈ? ਜਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਅਸੀਂ ਇਸ ਸੰਕਲਪ ਵਿੱਚੋਂ ਪੈਦਾ ਹੋਏ ਹਾਂ ਖਾਲਸਾ ਜੀਓ। ਇਸ ਕਰਕੇ ਇਹਨਾਂ ਦਿਹਾੜਿਆਂ ਦੇ ਵਿੱਚ ਚੜ੍ਹਦੀ ਕਲਾ ਸਹਿਤ ਵਿਚਰਿਆ ਕਰੀਏ। ਜਿੱਥੇ ਗੁਰੂ ਕਾ ਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼, ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਭਾਈ ਕਿਉਂ ਨਹੀਂ ਵਿਚਾਰ, ਕਿਉਂ ਇਹ ਐਵੇਂ ਚਿੱਤ ਢਲਿਆਈ ਲਿਆਉਣੀ? ਸਭ ਨਾਲੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਜਿਸ ਦਿਨ ਸ਼ਹੀਦੀ ਦਿਹਾੜਾ ਹੋਵੇਗਾ, ਕਿਉਂ ਨਹੀਂ ਆਪਾਂ ਪ੍ਰਭਾਤ ਫੇਰੀਆਂ ਕੱਢ ਸਕਦੇ? ਕਿਉਂ ਨਹੀਂ ਨਗਰ ਕੀਰਤਨ ਆਪਾਂ ਪਿੰਡੋ ਪਿੰਡੀ ਲੈ ਕੇ ਚੱਲ ਸਕਦੇ? ਉਸ ਦਿਹਾੜੇ ਵੀ ਨਗਰ ਕੀਰਤਨ ਗੁਰੂ ਕਾ ਖਾਲਸਾ ਪੰਥ ਕੱਢਦਾ ਹੈ। ਉਸ ਦਿਨ ਵੀ ਸਭਾ ਦੇ ਉੱਤੇ ਸੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਗੁਰੂ ਕਾ ਖਾਲਸਾ ਪੰਥ ਨਗਰ ਕੀਰਤਨ ਦੇ ਸਰੂਪ ਵਿੱਚ ਉੱਥੇ ਪਹੁੰਚਦਾ ਹੈ। ਖਾਲਸਾ ਪੰਥ ਦੇ ਜਿੰਨੇ ਗਤਕਾ ਅਖਾੜੇ ਨੇ ਉਹ ਉਸ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਆਪਣੇ ਸ਼ਸਤਰ ਵਿਦਿਆ ਦੇ ਜ਼ੋਰ ਵਿਖਾਲ ਕਰਕੇ ਜਾ ਚੁੱਕੀਆਂ ਸਰਕਾਰਾਂ, ਮੌਜੂਦਾ ਸਰਕਾਰਾਂ ਨੂੰ ਵਿਖਾਲਦੇ ਨੇ ਗੁਰੂ ਕਾ ਖਾਲਸਾ ਪੰਥ ਅਜੇ ਜਿਉਂਦਾ ਹੈ। ਇਸ ਸੰਸਾਰ ਤੇ ਖਾਲਸਾ ਵਸ ਰਿਹਾ ਹੈ, ਪਰ ਖਾਲਸੇ ਨੂੰ ਖਤਮ ਕਰਨ ਵਾਲਿਆਂ ਦਾ, ਖਾਨਦਾਨ ਦਾ ਨਾਮੋ ਨਿਸ਼ਾਨ ਇਸ ਸੰਸਾਰ ਚੋਂ ਮੁੱਕ ਚੁੱਕਿਆ ਹੈ।
ਇਹ ਸਾਡੇ ਜੀਵਨ ਦੇ ਦਿਹਾੜੇ ਹਨ। ਜੀਵਨ ਦੇ ਦਿਹਾੜਿਆਂ ਨੂੰ ਚੜ੍ਹਦੀ ਕਲਾ ਸਹਿਤ ਮਨਾਈਏ। ਸੋ ਭਾਈ, ਇਹ ਪਾਵਨ ਦਿਹਾੜਾ ਅੱਜ ਦੇ ਦਿਨ ਸਤਿਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਛੱਡੀ ਸੀ, ਤਾੜੀ ਮਾਰ ਕਰਕੇ ਗਏ ਹਨ। ਐਸੇ ਕਿਰਪਾਲੂ ਸਤਿਗੁਰੂ ਭਾਈ ਸੰਗਤ ਸਿੰਘ ਜੀ ਆਦਿਕ ਗੁਰਮੁਖਾਂ ਨੂੰ ਭਾਈ ਕਲਗੀ ਤੋੜਾ ਬਖਸ਼ ਕਰਕੇ ਨਵਾਜਿਆ, ਪੰਥ ਨੂੰ ਗੁਰਿਆਈ ਦਿੱਤੀ ਹੈ। ਆਪ ਜੀ ਦੀ ਗੁਰਿਆਈ ਦੇ ਦਿਹਾੜੇ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਵੀ ਹੋਵਣ। ਨਾਲ ਪੰਥ ਦਾ ਇਹ ਪਾਵਨ ਦਿਹਾੜਾ ਸ਼ਹੀਦਾਂ ਦਾ ਦਿਹਾੜਾ ਹੈ। ਕਿਰਪਾਲੂ ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਰਹਿਮਤ ਕਰਨ, ਆਪਣੇ ਦਰੋਂ ਘਰੋਂ ਸਮੁੱਚੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰਕੇ, ਜਿਵੇਂ ਪਹਿਲਾਂ ਰਹਿਮਤਾਂ ਕੀਤੀਆਂ ਹਨ, ਖਾਲਸਾ ਪੰਥ ਨੂੰ ਆਪ ਬਖਸ਼ਿਸ਼ ਕਰਕੇ, ਏਕਤਾ ਇਤਫਾਕ ਬਖਸ਼ ਕਰਕੇ, ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠਿਆਂ ਕਰਕੇ ਖਾਲਸੇ ਦੀ ਜਿਹੜੀ ਮੰਜ਼ਿਲ ਹੈ ਉਹਦੇ ਵੱਲ ਨੂੰ ਤੁਰਨ ਦਾ ਸਤਿਗੁਰੂ ਸਾਹਿਬ ਜੀ ਆਪ ਸੰਕਲਪ ਬਖਸ਼ਣ। ਜਿੱਥੇ ਇਹ ਸ਼ਹੀਦਾਂ ਦਾ ਦਿਹਾੜਾ ਹੈ, ਅੱਜ ਦੇ ਦਿਹਾੜੇ ਖਾਲਸਾ ਜੀਓ ਦਮਦਮੀ ਟਕਸਾਲ ਦੇ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਤਿੰਨਾਂ ਦਾ ਸੱਚਖੰਡ ਗਮਨ ਦਾ ਵੀ ਦਿਹਾੜਾ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਵੱਡੀ ਸੇਵਾ ਸੋ ਕੌਮ ਵਿੱਚ ਰਹਿ ਕਰਕੇ ਕੀਤੀ ਹੈ। ਭਾਵੇਂ ਸਰਕਾਰ ਨੇ ਯਤਨ ਕੀਤਾ ਕਿ ਖਾਲਸੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ, ਪਰ 1984 ਦੇ ਅਟੈਕ ਤੋਂ ਬਾਅਦ 1986 ਤੱਕ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਵੱਡੀਆਂ ਸੇਵਾਵਾਂ ਕਰਾਉਣੀਆਂ, ਜਿਤਨੇ ਖਾੜਕੂ ਸਿੰਘ ਹਨ ਉਹਨਾਂ ਨੂੰ ਸਾਂਭਣਾ, ਏਡਾ ਵੱਡਾ ਜਥਾ ਜਿਹਦੇ ਵਿੱਚੋਂ ਜਿਹੜਾ ਸੰਕਲਪ ਸੀ ਵੱਡੇ ਮਹਾਂਪੁਰਖਾਂ ਦਾ ਕਿ 25 ਰਾਗੀ ਸਿੰਘ ਤੇ 25 ਗਿਆਨੀ ਸਿੰਘ ਹਰ ਰੋਜ਼ ਜਥੇ ਵਿੱਚੋਂ ਨਿਕਲਿਆ ਕਰਨਗੇ, ਜਾਇਆ ਕਰਨਗੇ, ਉਹ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਨੇ, ਸੱਚਖੰਡ ਵਾਸੀ ਮਹਾਂਪੁਰਖਾਂ ਨੇ ਪੂਰਾ ਕੀਤਾ। ਨਗਰ ਨਗਰ ਨਹੀਂ, ਕੇਵਲ ਹਿੰਦੁਸਤਾਨ ਵਿੱਚ ਨਹੀਂ, ਦੁਨੀਆ ਦੇ ਹਰ ਕੋਨੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਯਤਨ ਕੀਤਾ ਕਿ ਟਕਸਾਲ ਖਤਮ ਕਰ ਦਿੱਤੀ ਜਾਵੇਗੀ। ਧੰਨ ਗੁਰੂ ਕੇ ਪਿਆਰੇ ਮਹਾਂਪੁਰਖ ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਦਮਦਮੀ ਟਕਸਾਲ ਦੀ ਸ਼ਾਖਾ ਨਹੀਂ ਬਣਾਈ, ਹਰ ਇੱਕ ਘਰ ਦੇ ਵਿੱਚ ਦਮਦਮੀ ਟਕਸਾਲ ਨੂੰ ਪਹੁੰਚਾਉਣਾ ਕੀਤਾ। ਐਸੇ ਮਹਾਂਪੁਰਖ ਤੇ ਭਾਈ ਕਿੱਡੀ ਬਖਸ਼ਿਸ਼ ਵਾਲੇ ਮਹਾਂਪੁਰਖ ਹਨ। ਜਿਸ ਦਿਨ ਸੰਸਾਰ ਤੋਂ ਗਏ ਨੇ ਦਿਹਾੜਾ ਉਹ ਚੁਣਿਆ, ਭਾਵੇਂ ਵੱਡੇ ਮਹਾਂਪੁਰਖਾਂ ਦਾ ਹੁਕਮ ਸੀ ਬਾਬਾ ਗੁਰਬਚਨ ਸਿੰਘ ਜੀ ਦਾ ਕਿ ਭਾਈ ਠਾਕਰ ਸਿਆਂ ਤੇਰੇ ਤੇ ਕਾਲ ਦਾ ਕੁੰਡਾ ਨਹੀਂ, ਜਦੋਂ ਚਿੱਤ ਕਰੇਗਾ ਉਦੋਂ ਆ ਜਾਵੀਂ। ਦਿਹਾੜਾ ਉਹ ਲੱਭਿਆ, ਉਹ ਚੁਣਿਆ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਨ, ਕੋਈ ਸਾਡਾ ਜ਼ਿਕਰ ਹੀ ਨਾ ਕਰੇ। ਐਸੇ ਮਹਾਂਪੁਰਖਾਂ ਦਾ ਵੀ ਅੱਜ ਭਾਈ ਪਾਵਨ ਸੱਚਖੰਡ ਗਮਨ ਦਾ ਦਿਹਾੜਾ ਹੈ। ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਮਹਾਂਪੁਰਖਾਂ ਦੀ ਇੱਕ ਦ੍ਰਿਸ਼ਟੀ ਦੇ ਵਿੱਚੋਂ ਮੇਰੇ ਵਰਗੇ ਅਨੇਕਾਂ ਰਾਗੀ, ਗਿਆਨੀ, ਕਥਾਵਾਚਕ ਤੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛ ਲਓ, ਜਿਸ ਦਿਨ ਦੇ ਮਹਾਂਪੁਰਖ ਸੰਸਾਰ ਤੋਂ ਗਏ ਨੇ, ਸੋ ਭਾਵੇਂ ਭਾਈ ਜੁਗਰਾਜ ਸਿੰਘ ਤੂਫਾਨ ਦੀ ਬੇਟੀ ਦੀ ਇੰਟਰਵਿਊ ਜਾਂ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਦੀਆਂ ਇੰਟਰਵਿਊ ਆਪ ਜੀ ਸੁਣੋ, ਸਾਰੇ ਪਰਿਵਾਰ ਤੁਹਾਨੂੰ ਇਹ ਕਹਿਣਗੇ ਮਹਾਂਪੁਰਖਾਂ ਦਾ ਜਾਣਾ ਐਵੇਂ ਸੀ ਜਿਵੇਂ ਸਾਡੇ ਮਾਪੇ ਸਾਡੇ ਸਿਰ ਤੋਂ ਤੁਰ ਗਏ ਹੋਣ। ਜਿਨ੍ਹਾਂ ਨੇ ਏਡੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਉਹਨਾਂ ਮਹਾਂਪੁਰਖਾਂ ਨੂੰ ਵੀ ਕੋਟਾਨ ਕੋਟ ਪ੍ਰਣਾਮ, ਜਿਨ੍ਹਾਂ ਨੇ ਖਾਲਸਾ ਪੰਥ ਦੀਆਂ ਏਡੀਆਂ ਵੱਡੀਆਂ ਸੇਵਾਵਾਂ ਨਿਸ਼ਕਾਮ ਰਹਿ ਕਰਕੇ ਆਪਣੇ ਨਾਮ ਅੱਗੇ ਕਾਰਜਕਾਰੀ ਮੁਖੀ ਲਵਾਉਣਾ ਕੀਤਾ। ਅਸੀਂ ਦਮਦਮੀ ਟਕਸਾਲ ਦੇ ਕੇਵਲ ਕਾਰਜਕਾਰੀ ਮੁਖੀ ਹਾਂ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਹਨ। ਐਸੇ ਮਹਾਂਪੁਰਖਾਂ ਨੂੰ ਨਮਸਕਾਰ ਹੈ ਉਹਨਾਂ ਦੇ ਚਰਨਾਂ ਤੇ। ਆਓ ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਪਾਵਨ ਸ਼ਬਦ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਜੋ ਸਾਨੂੰ ਹੁਕਮ ਹੋਇਆ ਹੈ, ਆਓ ਉਸ ਦੀ ਅਖਰੀ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਘਰ ਛੇਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋਹੀ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਸ ਸਮੇਂ ਭਾਈ ਸੱਜਣ ਨੇ ਸ਼ਹਿਜ਼ਾਦਾ ਜੋ ਸਾਹਿਬ ਬਾਬਾ ਮਰਦਾਨਾ ਜੀ ਦਾ ਪੁੱਤਰ ਹੈ, ਜਿਸ ਸਮੇਂ ਉਸ ਨੂੰ ਪਕੜ ਲੈਣਾ ਕੀਤਾ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਸ਼ਹਿਜ਼ਾਦੇ ਨੂੰ ਬਚਾਉਣ ਵਾਸਤੇ ਇਹਦੀ ਸਰਾਂ ਵਿੱਚ ਪਹੁੰਚੇ ਹਨ ਸੱਜਣ ਦੇ। ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਇਹਨੇ ਸਰਾਂ ਬਣਾਈ ਹੋਈ ਸੀ, ਜਿੱਥੇ ਬਾਹਰੋਂ ਤੇ ਭੇਸ ਬਣਾਇਆ ਹੋਇਆ ਸੀ ਸੱਜਣਾ ਦਾ ਕਿ ਮੈਂ ਲੋਕਾਂ ਨੂੰ ਬੜਾ ਜਿਹੜਾ ਹੈ ਜੀ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਕਰਾਉਣਾ ਹੈ, ਮੈਂ ਬੜਾ ਸੇਵਾਦਾਰ ਹਾਂ, ਇੱਥੇ ਵੇਖੋ ਮੈਂ ਦੁਨੀਆ ਦੇ ਠਹਿਰਨ ਵਾਸਤੇ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਠਹਿਰਨ ਵਾਸਤੇ ਸਰਾਂ ਬਣਾਈ ਹੋਈ ਹੈ। ਪਰ ਮਾਲਦਾਰ ਵੇਖ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਤੇ ਲੁੱਟ ਲਿਆ ਕਰਦਾ ਉਹਨਾਂ ਨੂੰ।
ਨਾਮ ਸੱਜਣ ਸੀ ਪਰ ਕੰਮ ਠੱਗਾਂ ਵਾਲੇ ਸਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹਦੇ ਭੋਰੇ ਚੋਂ 100 ਖੁੱਪੜੀਆਂ ਸੋ ਇਨਸਾਨਾਂ ਦੀਆਂ ਕਢਵਾਈਆਂ ਸਨ, ਜਾ ਕਰਕੇ ਜਿਹੜੇ ਮਾਰ ਮਾਰ ਕੇ ਆਪਣੇ ਭੋਰੇ 'ਚ ਹੀ ਸੁੱਟੀ ਜਾਂਦਾ। ਐਸੇ ਸੱਜਣ ਦੇ ਘਰ ਜੇ ਸਮੇਂ ਗਏ ਹਨ, ਉਹਨੂੰ ਇਹ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਹੈ। ਜਿਹੜਾ ਪਾਵਨ ਹੁਕਮਨਾਮਾ ਸਾਹਿਬ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਰਵਣ ਕਰਵਾਇਆ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ 6ਵੇਂ ਘਰ ਸੁਰਤਾਲ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਮੰਗਲ ਕਰਦੇ ਨੇ ਏਕੋ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਉਜਲ ਕਹਿਹਾ ਚਿਲਕਣਾ ਘੋਟ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਉਜਲ ਕੇਹਾ ਚਿਲਕਣਾ, ਜਿਹੜਾ ਕੇਹਾ ਕਾਂਸੀ ਦੇ ਭਾਂਡੇ ਨੇ ਨਾ, ਆਪਣੇ ਮਾਝੇ 'ਚ ਕਾਂਸੀ ਕਹਿੰਦੇ ਨੇ ਕੇਹੇ ਨੂੰ। ਕਾਂਸੀ ਦੇ ਜਿਹੜੇ ਭਾਂਡੇ ਹਨ ਉਹ ਕਹਿੰਦੇ ਭਾਈ ਚਿਲਕਣੇ ਤੇ ਬੜੇ ਨੇ, ਬਾਹਰੋਂ ਸੋਭਾ ਤੇ ਉਹਨਾਂ ਦੀ ਬਹੁਤ ਜ਼ਿਆਦੀ ਹੈ, ਬਾਹਰੋਂ ਚਮਕ ਦਮਕ ਤੇ ਬਹੁਤ ਹੈ ਉਹਨਾਂ ਦੇ। ਘੋਟ ਮਕਾਲੜੀ ਮਸ ਪਰ ਜਿਵੇਂ ਜਿਵੇਂ ਧੋਈ ਜਾਈਏ, ਜਿਵੇਂ ਜਿਵੇਂ ਮਾਂਜੀ ਜਾਈਏ, ਵਿੱਚੋਂ ਸਵਾਹ ਨਿਕਲਣੀ ਨਹੀਂ ਬੰਦ ਹੁੰਦੀ। ਜਿੰਨਾ ਮਰਜ਼ੀ ਧੋਈ ਜਾਈਏ, ਜਿੰਨੀ ਮਰਜ਼ੀ ਵਾਰ ਪਾਣੀ ਪਾ ਕੇ ਹੱਥ ਮਾਰੋ, ਵਿੱਚੋਂ ਫੇਰ ਪਾਣੀ ਜਿਹੜਾ ਕਾਲਾ ਹੋ ਜਾਂਦਾ। ਐਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਉਜਲ, ਬਾਹਰੋਂ ਸਰੂਪ ਇਹੋ ਜਿਹਾ ਬਣਾਇਆ ਹੀ ਹੋਇਆ ਹੈ ਕਿ ਮੈਂ ਬੜਾ ਉਜਲਾ ਹਾਂ, ਪਰ ਜੇ ਅੰਦਰੋਂ ਵਿਕਾਰਾਂ ਦੀ ਮੈਲ ਨਾਸ ਨਹੀਂ ਹੋਈ ਤੇ ਤੇਰਾ ਜੀਵਨ ਉਸ ਕਹੇ ਵਰਗਾ ਹੈ। ਜਦੋਂ ਵੀ ਭਾਈ ਸੋ ਨਾਮ ਰੂਪੀ ਜਲ ਦਾ ਵਰਤਾ ਅੰਦਰ ਹੋਣ ਲੱਗੇਗਾ, ਅੰਦਰੋਂ ਮੈਲ ਹੀ ਲੱਥੇਗੀ, ਹੋਰ ਕੱਖ ਨਹੀਂ ਹੋਣਾ। ਇਸ ਤਰੀਕੇ ਦੇ ਨਾਲ ਭਾਵੇਂ ਬਾਹਰੋਂ ਉਜਲਾ ਬਣਿਆ ਵੀ ਫਿਰੇ, ਪਰ ਗੁਰਦੇਵ ਕਹਿੰਦੇ ਜਦੋਂ ਤੇਰੇ ਪਰਦੇ ਫਾਸ ਹੋਏ, ਜਦੋਂ ਤੈਨੂੰ ਕਸਵੱਟੀ ਤੇ ਲਾ ਕੇ ਪਰਖਿਆ ਗਿਆ, ਆਪਾਂ ਵੇਖਦੇ ਹੀ ਹਾਂ ਕਈ ਮੇਰੇ ਵਰਗਿਆਂ ਦੀ ਬੜੀ ਸੋਭਾ, ਬੜੀ ਸੋਭਾ, ਲੋਕ ਕਹਿੰਦੇ ਬੜਾ ਚੰਗਾ ਜੀ, ਬੜਾ ਵੱਡਾ ਗਿਆਨੀ ਹੈ ਜੀ ਫਲਾਣਾ, ਦਰਬਾਰ ਸਾਹਿਬ ਉਹ ਕਥਾ ਕਰਦਾ ਹੈ। ਜਦੋਂ ਪਤਾ ਲੱਗਾ ਪਰਦੇ ਖੁੱਲੇ, ਪਤਾ ਲੱਗਾ ਵਿੱਚ ਕੱਖ ਵੀ ਨਹੀਂ ਸੀ, ਸੋ ਸਾਰੀ ਮੈਲ ਦਾ ਹੀ ਭਰਿਆ ਹੋਇਆ ਸੀ, ਪਾਪਾਂ ਦਾ ਹੀ ਭਰਿਆ ਹੋਇਆ ਸੀ। ਕਿਰਪਾਲੂ ਸਤਿਗੁਰੂ ਸਾਹਿਬ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਬਾਹਰੋਂ ਤੇ ਭੇਸ ਕਹੇ ਵਰਗਾ ਬੜਾ ਚਿਲਕਣਾ ਬਣਾਇਆ ਹੋਇਆ, ਬਾਹਰੋਂ ਤੇ ਬੜੇ ਸੁੰਦਰ ਦਿਖਦੇ ਨੇ, ਪਰ ਅੰਦਰੋਂ ਵਿਕਾਰਾਂ ਦੀ ਮੈਲ ਅਜੇ ਨਹੀਂ ਲੱਥੀ, ਕਹਿੰਦੇ ਤੇਰਾ ਕਹੇ ਵਾਲਾ ਹਾਲ ਹੈ। ਸੱਜਣ ਨੂੰ ਉਪਦੇਸ਼ ਦੇ ਰਹੇ ਨੇ, ਉਹ ਸੱਜਣਾ ਬਾਹਰੋਂ ਤੇ ਬੜਾ ਸੁੰਦਰ ਬਣ ਕੇ ਵਿਖਾਲਦਾ ਹੈ, ਪਰ ਅੰਦਰ ਵਾੜ ਕਰਕੇ ਜੀਆਂ ਦਾ ਕਤਲ ਕਰੀ ਜਾਣਾ, ਇਹ ਕੋਈ ਬੰਦਿਆਂ ਵਾਲੇ ਕੰਮ ਨਹੀਂ ਹਨ। ਧੋਤਿਆ ਝੂਠ ਨਾ ਉਤਰੈ। ਸੋ ਮਹਾਰਾਜ ਇਹੋ ਜਿਹਾ ਮਨੁੱਖ ਤੀਰਥਾਂ ਤੇ ਚਲੇ ਜਾਵੇ, ਕਹਿੰਦੇ ਜੇ ਚਲਿਆ ਵੀ ਜਾਵੇ ਤੇ ਧੋਤਿਆਂ ਕਿਹੜੀ ਝੂਠ ਲੱਥ ਚੱਲੀ ਹੈ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਬਾਹਰੋਂ ਧੋਤੀ ਤੁਮੜੀ ਅੰਦਰ ਵੇਸਨ ਕੋਰ, ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ। ਕਹਿੰਦੇ ਸਾਧੂ ਤੇ ਤੀਰਥ ਤੇ ਨਾਮ ਹੀ ਜਾਵੇ ਤਾਂ ਵੀ ਸਾਧੂ ਹੈ ਨਾ, ਚੋਰ ਤੀਰਥ ਤੇ ਵੀ ਚਲਾ ਜਾਵੇ ਉੱਥੇ ਵੀ ਉਹਨੇ ਇਹੋ ਹੀ ਵੇਖਣਾ ਕਿ ਕਿਹੜੀ ਜੇਬ ਕੱਟ ਕੇ ਘਰ ਨੂੰ ਲੈ ਕੇ ਜਾਵਾਂ। ਚੋਰ ਤੀਰਥ ਤੇ ਜਾ ਕੇ ਵੀ ਚੋਰ ਹੈ। ਇਸ ਕਰਕੇ ਕਹਿੰਦੇ ਧੋਤਿਆਂ ਤੀਰਥਾਂ ਤੇ ਨਹਾਉਣ ਨਾਲ ਝੂਠ ਨਹੀਂ ਉਤਰ ਸਕਦੀ ਜੀ। ਜੇ ਸੌ ਧੋਵਾ ਤਿਸ, ਜਿਵੇਂ ਕਹੇ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋਈ ਜਾਈਏ ਉਹਦੀ ਝੂਠ ਨਹੀਂ ਲੱਥਦੀ, ਐਵੇਂ ਵਕਾਰੀ ਪੁਰਸ਼ ਜਿੱਥੇ ਮਰਜ਼ੀ ਤੁਰਿਆ ਫਿਰੇ, ਜੇ ਗੁਰੂ ਕੀ ਸੰਗਤ ਸਾਧ ਸੰਗਤ ਨਹੀਂ ਕਰਦਾ ਤੇ ਝੂਠ ਲੱਥ ਨਹੀਂ ਸਕਦੇ ਜੀ। ਸੱਜਣ ਸੇਈ ਨਾਲ ਮੈਂ। ਸੋ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਸੱਜਣਾ, ਸੱਜਣ ਤੇ ਉਹ ਆਣਾ ਸਾਡੇ, ਸੱਜਣ ਤੇ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਚੱਲਦਿਆਂ ਨਾਲ ਚਲਨ, ਜਿਹੜੇ ਭਾਈ ਨਾਲ ਚੱਲਦਿਆਂ ਹੋਇਆਂ ਵੀ ਚੱਲਣ। ਜਦੋਂ ਇਸ ਸੰਸਾਰ ਤੋਂ ਚੱਲਣਾ ਹੋਵੇ ਉਦੋਂ ਵੀ ਨਾਲ ਹੋਣ, ਜਿੱਥੇ ਕੋਈ ਨਾ ਖੜਦਾ ਹੋਵੇ ਜਿਹੜੇ ਉੱਥੇ ਖਲੋਤੇ ਹੋਣ, ਸੱਜਣ ਉਹਨਾਂ ਨੂੰ ਕਿਹਾ ਜਾ ਸਕਦਾ ਹੈ। ਜਿਹੜੇ ਚੱਲਦਿਆਂ ਦੇ ਨਾਲ ਚੱਲਣ ਵਾਲੇ ਹੋਣ, ਸੱਜਣ ਉਹ ਮਹਾਤਮਾ ਪਿਆਰੇ ਗੁਰੂ ਕੀ ਪਿਆਰੀ ਸਾਧ ਸੰਗਤ, ਜਿਹੜੀ ਕਿਰਪਾ ਕਰੇ ਰਹਿਮਤ ਕਰੇ, ਉਹ ਸਾਧੂ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਵਰਗੇ, ਜਿਹੜੇ ਭਾਈ ਇੱਥੇ ਵੀ ਲੋਕ ਸਵਾਰਨ ਵਾਲੇ ਹਨ, ਪਰ ਲੋਕ ਵਿੱਚ ਜਾ ਕਰਕੇ ਵੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਿੱਥੇ ਲੇਖਾ ਮੰਗੀਆ, ਜਿੱਥੇ ਲੇਖਾ ਮੰਗਿਆ ਜਾਣਾ ਹੈ ਜੀ, ਤਿੱਥੇ ਖੜੇ ਦਸਨ, ਉੱਥੇ ਵੀ ਖਲੋਤੇ ਹੋਏ ਦਿਸਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉੱਥੇ ਵੀ ਲੇਖੇ ਤੋਂ ਬਚਾ ਲੈਂਦੇ ਨੇ। ਅਥਵਾ ਜਿਹੜੇ ਸ਼ੁਭ ਗੁਣ ਨੇ ਉਹੋ ਹੀ ਚੰਗੇ ਸੱਜਣ ਹਨ, ਜਿਹੜੇ ਸ਼ੁਭ ਗੁਣ ਧਾਰਨ ਕਰਨੇ ਹਨ, ਜਿਹੜਾ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਭਾਈ ਨਾਮ ਸਿਮਰਨ ਅਭਿਆਸ ਕਰਨਾ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਇਹੋ ਹੀ ਸ਼ੁਭ ਗੁਣ ਹਨ।
ਜਿੱਥੇ ਜਾ ਕੇ ਲੇਖਾ ਮੰਗਿਆ ਜਾਣਾ ਹੀ ਇਹ ਸ਼ੁਭ ਗੁਣਾਂ ਨੇ ਉੱਥੇ ਖਲੋ ਕੇ ਤੇਰਾ ਭਾਈ ਤੇਰੀ ਬੌੜੀ ਕਰਾ ਦੇਣੀ, ਤੈਨੂੰ ਬਚਾ ਦੇਣਾ ਜਮਾਂ ਦੀ ਮਾਰ ਤੋਂ। ਉਹਨਾਂ ਨੂੰ ਹੀ ਸੱਜਣ ਮੰਨਿਆ ਜਾ ਸਕਦਾ ਹੈ ਜੇ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਕੋਠੇ ਮੰਡਪ ਮਾੜੀਆ, ਕਹਿੰਦੇ ਭਾਈ ਕੋਠੇ ਕੱਚਿਆਂ ਨੂੰ ਕਹਿੰਦੇ ਨੇ, ਮੰਡਪ ਇਸ ਤਰੀਕੇ ਦੇ ਨਾਲ ਜਿਹੜੇ ਪੱਕੇ ਬਣੇ ਹੋਏ ਨੇ, ਮਾੜੀਆਂ ਜਿਹੜੇ ਚਬਾਰੇ ਛੱਤੇ ਹੋਏ ਹਨ ਉੱਚੇ। ਪਾਸੋ ਚਿਤਵੀਆ, ਮਹਾਰਾਜ ਕਹਿੰਦੇ ਜੇ ਭਾਈ ਉਹਨਾਂ ਤੇ ਚਿੱਤਰਕਾਰੀ ਵੀ ਕਿਉਂ ਨਾ ਕੀਤੀ ਹੋਵੇ, ਢਠੀਆ ਕੰਮ ਨਾ ਆਵਨੀ। ਪਰ ਜੇ ਉਹ ਢੱਠ ਜਾਣ ਤੇ ਭਲਾ ਕਿਹੜੇ ਕੰਮ ਦੇ ਰਹਿ ਜਾਣਗੇ। ਜੇ ਢੱਠ ਹੀ ਗਏ ਤੇ ਫਿਰ ਉਹਨਾਂ ਦਾ ਕੀ ਹਾਲ ਹੋਵੇਗਾ। ਵਿੱਚੋਂ ਸਖਣੀਆਂ, ਵਿੱਚੋਂ ਸਖਣੇ ਹੋਏ ਖੋਲੇ ਤੁਰੇ ਫਿਰਦੇ ਨੇ। ਖੋਲੇ ਭਾਵੇਂ ਬੜੇ ਸੁੰਦਰ ਕੋਠੇ ਮੰਡਪ ਮਾੜੀਆਂ ਬਣੀਆਂ ਸਨ, ਪਰ ਜਦੋਂ ਢੱਠ ਗਏ ਢੱਠੇ ਕੰਮ ਨਹੀਂ ਆਉਂਦੇ। ਇਸ ਤਰੀਕੇ ਦੇ ਨਾਲ ਇਹ ਦੇਹ ਰੂਪੀ ਕੋਠਾ ਐਵੇਂ ਮੰਨ ਲਈਏ ਜਿਹੜੇ ਮਧਰੇ ਹਨ, ਮੰਡਪ ਜਿਹੜੇ ਚੌੜੇ ਮੋਟੇ ਹਨ, ਮਾੜੀਆਂ ਜਿਹੜੇ ਲੰਮੇ ਤੇ ਉੱਚੇ ਹਨ। ਗੁਰਦੇਵ ਕਹਿੰਦੇ ਵਿਚਾਰ ਕਰਕੇ ਵੇਖ, ਜਿੱਦਣ ਇਹ ਕੋਠਾ ਢੱਠ ਗਿਆ, ਜਿੱਦਣ ਭਾਈ ਇਹ ਚੋਂ ਪਵਨ ਰੂਪੀ ਥੰਬਾ ਬਾਹਰ ਨਿਕਲ ਗਿਆ, ਸਾਹਾਂ ਰੂਪੀ ਥੰਬਾ ਪਾਸੇ ਹੋ ਗਿਆ, ਜੇ ਨਾਮ ਸਿਮਰਨ ਅਭਿਆਸ ਨਾ ਕੀਤਾ, ਇਹ ਖਾਲੀ ਪਏ ਕੋਠੇ ਕਿਸੇ ਕੰਮ ਨਹੀਂ ਆਉਣੇ। ਇਹ ਟੈ ਕਰਕੇ ਭਾਵੇਂ ਬਾਹਰੋਂ ਚਿੱਤਰਕਾਰੀਆਂ ਕਰਕੇ ਤੁਰਿਆ ਵੀ ਫਿਰੇ, ਬੜੇ ਸੋ ਭਾਈ ਤਿਲਕਲਾ ਕਰਕੇ ਤੁਰਿਆ ਫਿਰੇ, ਭਾਵੇਂ ਮੱਥੇ ਤੇ ਚੰਦਨ ਲਾ ਕੇ ਤੁਰਿਆ ਫਿਰਦਾ ਹੋਵੇਂ, ਭਾਵੇਂ ਚੋਲੇ ਜਿੰਨੇ ਮਰਜ਼ੀ ਵੰਨ ਸਵੰਨੇ ਪਾ ਲਵੇਂ, ਪਰ ਚੇਤੇ ਰੱਖੀ ਜੇ ਨਾਮ ਅਭਿਆਸ ਨਾ ਕੀਤਾ ਤੇ ਇਹ ਢੱਠੀਆਂ ਕੰਮ ਨਾ ਆਵਣੀ। ਇਹ ਦੇਹਾਂ ਢੱਠੀਆਂ ਕਿਸੇ ਕੰਮ ਨਹੀਂ ਆਉਣੀਆਂ। ਜਿੱਦਣ ਸਾਹਾ ਰੂਪੀ ਥੰਮਾ ਲੱਥ ਗਿਆ, ਉਦਣ ਇਹ ਵਿਅਰਥ ਹਨ ਸਖਣੀਆਂ ਨੇ ਵਿੱਚੋਂ ਜੇ। ਬੱਗਾ ਬੱਗੇ ਕੱਪੜੇ, ਹੁਣ ਹੋਰ ਬਖਸ਼ਿਸ਼ ਕਰਦੇ ਨੇ ਜਿਹੜੇ ਚਿੱਟ ਕੱਪੜੀਏ ਮੇਰੇ ਵਰਗੇ ਤੁਰੇ ਫਿਰਦੇ ਨੇ। ਕਹਿੰਦੇ ਭਾਈ ਭਾਵੇਂ ਚਿੱਟੇ ਕੱਪੜੇ ਪਾਈ ਫਿਰੇ, ਬਗਲੇ ਦੀ ਨਹੀਂ ਆਈ। ਕਹਿੰਦੇ ਬਗਲਾ ਵੀ ਚਿੱਟਾ ਹੀ ਹੈ ਨਾ ਭਾਈ। ਕਹਿੰਦੇ ਭਾਵੇਂ ਵੇਖ ਲਵੋ ਬਗਲਾ ਬਾਹਰੋਂ ਬੜਾ ਚਿੱਟੇ ਰੰਗ ਦਾ ਹੈ ਜੀ। ਤੀਰਥ ਮੰਜ ਵਸਨ, ਤੇ ਵਸਦਾ ਵੀ ਤੀਰਥਾਂ ਦੇ ਉੱਤੇ ਆ ਭਾਈ, ਰਹਿੰਦਾ ਵੀ ਗੰਗਾ ਤੇ ਹੈ। ਰਹਿੰਦਾ ਵੀ ਹੋਵੇ ਬਗਲਾ ਤੇ ਰਵੇ ਗੰਗਾ ਦੇ ਉੱਤੇ ਜੀ। ਘੁੱਟ ਘੁੱਟ ਜੀਆ ਖਾਵਣੇ, ਕਹਿੰਦੇ ਜਿੱਥੇ ਮੱਛੀ ਲੱਭ ਗਈ ਘੁੱਟ ਘੁੱਟ ਕੇ ਗਲ ਨਾਲ ਖਾ ਕੇ ਤੇ ਅੰਦਰ ਲੰਘਾ ਗਿਆ ਸਾਬਤ ਦੀ ਸਾਬਤ। ਬੱਗੇ ਨਾ ਕਹੀਨ, ਕਹਿੰਦੇ ਉਹਨਾਂ ਨੂੰ ਬੱਗੇ ਹੰਸ ਨਹੀਂ ਕਿਹਾ ਜਾ ਸਕਦਾ। ਐਵੇਂ ਹੀ ਰਹਿੰਦਾ ਤੀਰਥਾਂ ਤੇ ਹੋਵੇ ਵੀ ਚਿੱਟ ਕੱਪੜੀਆ ਮੇਰੇ ਵਰਗਾ, ਪਰ ਜੇ ਵਕਾਰਾਂ ਰੂਪੀ ਮੈਲ ਹੀ ਖਾਈ ਗਿਆ, ਜੇ ਜੀਵ ਹੱਤਿਆ ਕਰਕੇ ਜ਼ਬਾਨ ਦੇ ਸਵਾਦ ਲਈ ਖਾਈ ਗਿਆ, ਤੇ ਮਹਾਰਾਜ ਕਹਿੰਦੇ ਹੰਸ ਤੂੰ ਗੁਰੂ ਕਾ ਸਿੱਖ ਪਰਮਹੰਸ ਤੇ ਨਹੀਂ ਨਾ ਖਵਾ ਸਕਦਾ। ਜੇ ਵਕਾਰਾਂ ਰੂਪੀ ਗੰਦਗੀ ਖਾਣੀ ਛੱਡੀ ਹੈ, ਜੇ ਵਕਾਰਾਂ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਡੱਡੀਆਂ ਖਾਣੀਆਂ ਛੱਡ ਦਿੱਤੀਆਂ ਹੀ, ਤੇ ਫਿਰ ਹੰਸ ਬਣੇਗਾ। ਨਹੀਂ ਤੇ ਭਾਵੇਂ ਜਿੰਨਾ ਮਰਜ਼ੀ ਵੀ ਬਾਹਰੋਂ ਸਰੂਪ ਬਣਾਈ ਫਿਰੇ ਚਿੱਟਾ, ਭਾਵੇਂ ਚਿੱਟ ਕੱਪੜੀਆ ਬਣਿਆ ਵੀ ਫਿਰੇ, ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬਗਲਾ ਹੈ। ਜਦੋਂ ਤੂੰ ਤਾਰ ਲਾਈ, ਜਦੋਂ ਬੈਠੇ ਹੋਏ ਨੇ, ਵੇਖੀ ਕੋਈ ਸਾਮੀ ਪਾ ਕੇ ਕੱਪੜੇ ਬੈਠ ਗਿਆ ਚਿੱਟੇ, ਅੱਖਾਂ ਵੀ ਬੜੀਆਂ ਬਟੇਰਦਾ ਏ, ਪਰ ਜੇ ਤੇ ਕੋਈ ਗਰੀਬ ਆਇਆ ਉਹਨੂੰ ਕਹਿੰਦਾ ਕੋਈ ਨਹੀਂ ਜਾ ਹੋ ਜੂ ਭਲਾ, ਤੇ ਅਮੀਰ ਆ ਗਿਆ ਉਹਨੂੰ ਕਹਿੰਦਾ ਅੱਗੇ ਆਓ ਮਹਾਂਪੁਰਖ ਆਪ ਕਿਰਪਾ ਕਰਨਗੇ। ਆਪ ਪਤਾ ਲੱਗ ਗਿਆ ਹੁਣ ਮੋਟੀ ਮੱਛੀ ਆਈ, ਹੁਣ ਰਗੜਨ ਦਾ ਸਮਾਂ ਆ ਗਿਆ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਹੰਸ ਸੰਤ ਨਹੀਂ ਖਵਾ ਸਕਦਾ, ਬਗਲਾ ਹੈ, ਬਗਲਾ ਹੀ ਰਵੇਗਾ। ਸਿਮਲ ਰੁਖ ਸਰੀਰ ਮੈਂ, ਹੋਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਸਿਮਲ ਰੁਖ ਤੇਰੇ ਸਰੀਰ ਦੇ ਅੰਦਰ ਹੀ ਹੈ ਜੀ। ਮੈਜਨ ਦੇਖ ਭੁਲਨ, ਮੈਜਨ ਕਹਿੰਦੇ ਨੇ ਤੋਤੇ ਨੂੰ, ਕਹਿੰਦੇ ਸਿਮਲ ਰੁਖ ਦੇ ਫਲ ਤੇ ਫੁੱਲ ਵੇਖ ਕਰਕੇ ਤੋਤਾ ਭੁੱਲ ਗਿਆ। ਵਿਚਾਰ ਕੀਤੀ ਇਹ ਫਲ ਖਾ ਲਵਾਂ, ਜਾ ਕੇ ਚੁੰਝ ਮਾਰੀ, ਅੰਦਰੋਂ ਸਖਤ ਹੋਣ ਕਰਕੇ ਚੁੰਝ ਵਿੱਚੇ ਹੀ ਫਸ ਗਈ, ਉੱਥੇ ਮਰ ਗਿਆ। ਐਵੇਂ ਹੀ ਵੇਖਿਆ ਬਾਹਰੋਂ ਤੇ ਲੱਗਦਾ ਸੀ ਸੰਤ, ਆਣ ਕਰਕੇ ਸੰਗਤ ਤੇ ਬੜਿਆਂ ਨੇ ਕਰ ਲਈ ਬੜੇ ਤੋਤੇ ਦਿਵਾਲੇ ਇਕੱਠੇ ਹੋ ਗਏ, ਸ਼ਾਇਦ ਸਾਨੂੰ ਤਾਰ ਦੇਵੇਗਾ। ਬੜੀਆਂ ਵੱਡੀਆਂ ਗੱਡੀਆਂ ਬਾਡੀਗਾਰਡ ਨਾਲ ਲੈ ਕੇ ਫਿਰਦਾ ਏ, ਸ਼ਾਇਦ ਭਲਾ ਸਾਨੂੰ ਵੀ ਤਾਰ ਦਵੇ, ਪਰ ਅੰਦਰੋਂ ਸੀ ਸਖਤ। ਜਦੋਂ ਆਣ ਕਰਕੇ ਚੁੰਝਾਂ ਫਸਾ ਲਈਆਂ, ਫਿਰ ਵਕਾਰਾਂ ਰੂਪੀ ਗੰਦਗੀ ਅੰਦਰ ਪਈ, ਮਿਲਿਆ ਜਲਿਆ ਕੱਖ ਨਹੀਂ। ਪਹਿਲਾਂ ਵੀ ਗੰਦਾ ਸੀ ਜੀਵਨ, ਹੋਰ ਗੰਦਾ ਕਰਾ ਕੇ ਤੁਰ ਗਿਆ, ਐਵੇਂ ਹੀ ਜੀਵਨ ਨਾਸ ਹੋ ਗਿਆ ਜੇ। ਸੇ ਫਲ ਕੰਮ ਨਾ ਆਵਨੀ, ਜਿਹੜੇ ਭਾਈ ਵਕਾਰਾਂ ਨੂੰ ਜਨਮ ਦੇਣ ਵਾਲੇ ਨੇ ਉਹ ਕਰਮ ਕੰਮ ਨਹੀਂ ਆਉਣ ਲੱਗੇ।
ਤੇ ਗੁਣ ਮੈਂ ਤਨ ਹਨ। ਕਹਿੰਦੇ ਭਾਈ ਉਹ ਤਨ ਸਰੀਰ ਦਾ ਨਾਸ ਕਰਨ ਵਾਲੇ ਹਨ। ਅੰਧਲੇ ਭਾਰ ਉਠਾਇਆ। ਇਹ ਤੇ ਐਵੇਂ ਆ ਜਿਵੇਂ ਕਿਸੇ ਅੰਨੇ ਮਨੁੱਖ ਨੇ ਭਾਰ ਚੁੱਕਿਆ ਹੋਵੇ ਤੇ ਪਹਾੜਾਂ ਦੀ ਵਾਟ ਹੋਵੇ ਜੀ। ਡੂਗਰ ਵਾਟ ਬਹੁਤ। ਡੂਗਰ ਉੱਚੇ ਪਹਾੜਾਂ ਦੀ ਵਾਟ ਬਹੁਤੀ ਜ਼ਿਆਦਾ ਹੋਵੇ। ਅੱਖੀ ਲੋੜੀ ਨਾ ਲਹਾ। ਅੱਖਾਂ ਤੋਂ ਦਿਸਦਾ ਨਹੀਂ, ਕਿਵੇਂ ਚੱਲਾਂਗਾ। ਜਦੋਂ ਭਾਈ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਨਾ, ਵਿਚਾਰ ਰੂਪੀ ਨਿਗਾਹ ਤੋਂ ਜਿਹੜਾ ਹੀਣਾ ਹੈ ਇਹ ਵਿਕਾਰਾਂ ਰੂਪੀ ਪੰਡੋਕਲੀ ਸਿਰ ਤੇ ਚੱਕ ਕਰਕੇ, ਜਾਂ ਐਵੇਂ ਕਹਿ ਲਈਏ ਸ਼ੁਭ ਗੁਣਾ ਰੂਪੀ ਭਾਵੇਂ ਪੰਡ ਵੀ ਸਿਰ ਤੇ ਪਈ ਹੈ, ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਵੱਡੇ ਪਹਾੜ ਨੇ ਇਹ ਸਰ ਨਹੀਂ ਕੀਤੇ ਜਾਣੇ ਜੇ ਵਿਚਾਰ ਰੂਪੀ ਨਿਗਾਹ ਨਹੀਂ ਹੈ ਜੀ। ਹਉ ਚੜ ਲੰਗਾ ਕਿਤ। ਕਹਿੰਦੇ ਕਿਵੇਂ ਲੰਘਿਆ ਜਾ ਸਕਦਾ ਹੈ। ਚਾਕਰੀਆ ਚੰਗਿਆਈਆ। ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਚਾਕਰੀਆਂ ਕਰੀ ਜਾਵੇ, ਜਿੰਨੀਆਂ ਮਰਜ਼ੀ ਚੰਗਿਆਈਆਂ ਹੋਣ ਜਮਾਨ ਦੀਆਂ, ਅਵਰ ਸਿਆਣਪ ਕਿਤ। ਕਹਿੰਦੇ ਉਹ ਸਿਆਣਪ ਕਿਸ ਕੰਮ ਦੀ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਨਾਲੋਂ ਹੀ ਤੇਰਾ ਵਿਛੋੜਾ ਪਾਈ ਰੱਖੇ। ਚਾਤਰੀ ਚੰਗਿਆਈ ਉਹ ਚੰਗੀ ਹੈ ਜਿਹੜੀ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਮਲਾਪੀ ਬਣਾ ਦੇਵੇ। ਜੇ ਭਾਈ ਮਲਾਪੀ ਨਹੀਂ ਤੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਫਿਰ ਕਿਵਸ ਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਭਾਲ, ਬਖਸ਼ਿਸ਼ ਕਰਦੇ ਨੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਨਾਨਕ ਨਾਮ ਸੰਭਾਲ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰ। ਬੱਧਾ ਛੁੱਟ ਹੈ ਜਿਤ। ਜਿਹਦੇ ਕਰਕੇ ਤੂੰ ਬੱਝਾ ਹੋਇਆ ਹੈ ਜੀਵ ਛੁੱਟ ਜਾਵੇਂਗਾ। ਜੇ ਵਕਾਰਾਂ ਤੋਂ ਛੁੱਟ ਜਾਵੇਂਗਾ ਫਿਰ ਅੱਗੇ ਜਮਾਂ ਦੀ ਮਾਰ ਤੋਂ ਬਚ ਜਾਵੇਂਗਾ। ਪਰ ਕਰਨਾ ਕੀ ਪਵੇਗਾ? ਨਾਮ ਸਿਮਰਨ ਦੇ ਵਿੱਚ ਸੱਜਣ ਨੂੰ ਵੀ ਉਪਦੇਸ਼ ਦਿੱਤਾ, ਸੱਜਣ ਤਾਂ ਬਣੇਗਾ ਜੇ ਨਾਮ ਵਿੱਚ ਆਪਣੇ ਮਨ ਨੂੰ ਲਾਵੇਂਗਾ, ਪਰਮੇਸ਼ਰ ਦਾ ਸਿਮਰਨ ਭਗਤੀ ਕਰੇਗਾ ਤਾਂ ਭਾਈ ਛੁੱਟ ਸਕਦਾ ਹੈ। ਇਹ ਸਾਰਿਆਂ ਨੂੰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅਰਥ ਕਰਦੇ ਹਾਂ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਸ਼ਹੀਦਾਂ ਦਾ ਇਤਿਹਾਸ ਸੁਣਾਉਂਦੇ ਹਾਂ। ਮਹਾਂਪੁਰਖਾਂ ਦੀ ਕਥਾ ਕਹਿੰਦੇ ਹਾਂ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਆਗਾਹਾਂ ਤੋਂ ਸਮਤ ਬਖਸ਼ਣੀ ਜੀ। ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੇ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।